ਪੰਚਾਇਤਾਂ ਭੰਗ ਕਰਨ ਦੇ ਮਾਮਲੇ ਦੇ ਵਿੱਚ ਹੁਣ ਇੱਕ ਵੱਡਾ ਖੁਲਾਸਾ ਹੋਇਆ ਹੈ, ਜਿਸ ਤੋਂ ਬਾਅਦ ਸਰਕਾਰ ਸਵਾਲਾਂ ਦੇ ਘੇਰੇ ਦੇ ਵਿੱਚ ਫਸਦੀ ਹੋਈ ਨਜ਼ਰ ਆ ਰਹੀ ਹੈ ਕਿ ਆਖਰ ਇਹ ਇੱਕ ਲਾਪਰਵਾਹੀ ਸੀ ਜਾਂ ਫਿਰ ਤਾਨਾਸ਼ਾਹੀ ਰਵੱਈਆ। ਗੱਲਬਾਤ ਇਸ ਦੇ ਉੱਪਰ ਕਰਾਂਗੇ ਤੇ ਉਧਰ ਗੱਲਬਾਤ ਕਰਾਂਗੇ ਪੰਜਾਬ ਸਰਕਾਰ ਦੇ ਆਉਣ ਵਾਲੇ ਸਮੇਂ ਦੇ ਵਿੱਚ ਵੱਧਦੀਆਂ ਹੋਈਆਂ ਮੁਸ਼ਕਲਾਂ ਦੀ, ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰ ਦੀਆਂ ਯੋਜਨਾਵਾਂ ਖਟਾਈ ਦੇ ਵਿੱਚ ਪੈਂਦੀਆਂ ਨਜ਼ਰ ਆ ਰਹੀਆਂ ਨੇ। ਕਿਉਂ ਪੈ ਸਕਦੀਆਂ ਨੇ, ਕਿਉਂ ਪੈਂਦੀਆਂ ਨਜ਼ਰ ਆ ਰਹੀਆਂ ਨੇ, ਗੱਲਬਾਤ ਇਸ ਦੇ ਉੱਪਰ ਵੀ ਕਰਾਂਗੇ ਤੇ ਗੱਲਬਾਤ ਕਰਾਂਗੇ ਕੇਂਦਰ ਸਰਕਾਰ ਦੇ ਇੱਕ ਫੈਸਲੇ ਦੀ, ਜਿਸ ਫੈਸਲੇ ਤੋਂ ਬਾਅਦ ਪੰਜਾਬ ਦੇ ਵਿੱਚ ਪੰਜਾਬ ਦੇ ਰਾਜਨੀਤਿਕ ਗਲਿਆਰਿਆਂ ਦੇ ਵਿੱਚ ਭੜਥੂ ਪੈਂਦਾ ਨਜ਼ਰ ਆ ਰਿਹਾ। ਨਵੀਆਂ ਚਰਚਾਵਾਂ ਛਿੜ ਚੁੱਕੀਆਂ ਨੇ ਤੇ ਵਿਰੋਧੀ ਦਲ ਤੇ ਸਰਕਾਰ ਆਮੋ ਸਾਹਮਣੇ ਦਿਖਾਈ ਦੇ ਰਹੀ ਹੈ। ਇਸ ਫੈਸਲੇ ਦੇ ਫੈਸਲਾ ਕਿਹੜਾ ਜਿਸ ਤੋਂ ਬਾਅਦ ਪੰਜਾਬ ਦੇ ਵਿੱਚ ਨਵਾਂ ਭੜਥੂ ਪੈ ਗਿਆ। ਗੱਲਬਾਤ ਵਿਸਥਾਰ ਦੇ ਨਾਲ। ਸਤਿ ਸ਼੍ਰੀ ਅਕਾਲ, ਮੈਂ ਲਖਵਿੰਦਰ ਸਿੰਘ ਮਾਨ ਤੇ ਤੁਸੀਂ ਦੇਖ ਰਹੇ ਹੋ ਖਬਰ ਸਵੇਰ। ਇਹਨਾਂ ਸਾਰੀਆਂ ਖਬਰਾਂ ਦੇ ਉੱਪਰ ਵਿਸਥਾਰ ਦੇ ਨਾਲ ਚਰਚਾ ਕਰਨ ਦੇ ਲਈ ਮੇਰੇ ਨਾਲ ਨੇ ਪ੍ਰੋਫੈਸਰ ਮਨਜੀਤ ਸਿੰਘ ਅਣਖੀ ਜੀ। ਸਭ ਤੋਂ ਪਹਿਲਾਂ ਸਵਾਗਤ ਕਰ ਲੈਂਦੇ ਹਾਂ। ਅਣਖੀ ਜੀ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਬਹੁਤ ਬਹੁਤ ਸ਼ੁਕਰੀਆ ਮਾਨ ਸਾਹਿਬ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਅਣਖੀ ਜੀ, 10 ਅਗਸਤ ਨੂੰ ਇੱਕ ਨੋਟੀਫਿਕੇਸ਼ਨ ਤੋਂ ਬਾਅਦ ਪੰਜਾਬ ਦੀਆਂ ਪੰਚਾਇਤਾਂ ਡਿਸੋਲਵ ਕਰ ਦਿੱਤੀਆਂ ਜਾਂਦੀਆਂ ਨੇ। ਮਾਮਲਾ ਹਾਈ ਕੋਰਟ ਦੇ ਵਿੱਚ ਜਾਂਦਾ ਹੈ ਤੇ ਉਸ ਤੋਂ ਬਾਅਦ ਸਰਕਾਰ ਯੂ ਟਰਨ ਲੈਂਦੀ ਹੋਈ ਫੈਸਲਾ ਵਾਪਸ ਲੈ ਲੈਂਦੀ ਹੈ। ਲੇਕਿਨ ਇਸ ਯੂ ਟਰਨ ਤੋਂ ਬਾਅਦ ਸਰਕਾਰ ਹੁਣ ਬੁਰੀ ਤਰੀਕੇ ਨਾਲ ਘਿਰਦੀ ਨਜ਼ਰ ਆ ਰਹੀ ਹੈ, ਕਿਉਂਕਿ ਇਸ ਮਾਮਲੇ ਦੇ ਵਿੱਚ ਵੱਡੇ ਖੁਲਾਸੇ ਹੋਏ ਨੇ। ਖੁਲਾਸੇ ਇਹ ਕਿ ਇਸ ਮਾਮਲੇ ਦੇ ਵਿੱਚ ਏਜੀ ਸਾਹਿਬ ਦੇ ਦਫ਼ਤਰ ਦੀ ਕੋਈ ਰਾਏ ਨਹੀਂ ਲਈ ਗਈ ਸੀ। ਫਿਰ ਕਿਵੇਂ ਦੇਖ ਰਹੇ ਹੋ ਇਸ ਫੈਸਲੇ ਨੂੰ ਕਿ ਸਰਕਾਰ ਦਾ ਲਿਆ ਗਿਆ ਇਹ ਫੈਸਲਾ, ਭਾਵੇਂ ਕਿ ਇਸ ਸੰਬੰਧ ਦੇ ਵਿੱਚ ਆਈਏਐਸ ਅਧਿਕਾਰੀਆਂ ਦੇ ਉੱਪਰ ਗਾਜਗਿਰੀ ਹੈ ਵੀ ਉਹਨਾਂ ਵੱਲੋਂ ਮਿਸਗਾਈਡ ਕੀਤਾ ਗਿਆ। ਕੱਲ ਬੁਲਾਰੇ ਵੀ ਇਹ ਕਹਿੰਦੇ ਨਜ਼ਰ ਆਏ ਨੇ ਆਮ ਆਦਮੀ ਪਾਰਟੀ ਦੇ। ਲੇਕਿਨ ਕਿਵੇਂ ਦੇਖ ਰਹੇ ਹੋ ਇਸ ਫੈਸਲੇ ਨੂੰ, ਯੂ ਟਰਨ ਨੂੰ, ਕਿ ਇਸ ਦੇ ਵਿੱਚ ਸਰਕਾਰ ਦੀ ਵੱਡੀ ਲਾਪਰਵਾਹੀ ਸੀ ਜਾਂ ਫਿਰ ਫੈਸਲਾ ਇਹ ਤਾਨਾਸ਼ਾਹੀ ਭਰਪੂਰ ਸੀ? ਕਿਵੇਂ ਦੇਖ ਰਹੇ ਹੋ ਫੈਸਲੇ ਨੂੰ? ਮਾਨ ਸਾਹਿਬ, ਜਿਸ ਤਰੀਕੇ ਨਾਲ ਪੰਚਾਇਤਾਂ ਵਾਲੇ ਮੁੱਦੇ ਤੇ ਸਰਕਾਰ ਬੈਕਫੁੱਟ ਤੇ ਗਈ ਹੈ ਔਰ ਸਰਕਾਰ ਦੀ ਇੰਨੀ ਕਿਰਕਰੀ ਹੋਈ ਹੈ, ਮੈਨੂੰ ਨਹੀਂ ਲੱਗਦਾ ਕਿ ਅੱਜ ਤੱਕ ਪੰਜਾਬ ਦੇ ਵਿੱਚ ਕਿਸੇ ਸਰਕਾਰ ਨੇ ਨਾਲ ਅਜਿਹਾ ਕੁਝ ਵਾਪਰਿਆ ਹੋਵੇ। ਤੁਸੀਂ ਆਪਣੀ ਭੂਮਿਕਾ 'ਚ ਸ਼ਬਦ ਵਰਤਿਆ ਯੂ ਟਰਨ, ਕਿ ਸਰਕਾਰ ਨੇ ਯੂ ਟਰਨ ਲਿਆ। ਯੂ ਟਰਨ ਤਾਂ ਮਾਨ ਸਾਹਿਬ ਤਾਂ ਹੁੰਦਾ ਕਿ ਜੇ ਸਰਕਾਰ ਨੇ ਵੇਖਿਆ ਕਿ ਹਾਂ ਵੀ ਸਥਿਤੀਆਂ ਉਹਨਾਂ ਦੇ ਅਨੁਸਾਰ ਨਹੀਂ ਚੱਲਦੀਆਂ ਪਈਆਂ ਤਾਂ ਆਪਾਂ ਚਲੋ ਯੂ ਟਰਨ ਲੈ ਲੈਂਦੇ ਹਾਂ। ਇਹ ਤਾਂ ਹਾਈ ਕੋਰਟ ਨੇ ਰਗਾਂ 'ਚ ਗੂਠ ਦੇ ਕੇ ਸਰਕਾਰ ਨੂੰ ਮਜਬੂਰ ਕੀਤਾ ਕਿ ਹਾਂ ਵੀ ਇਹ ਫੈਸਲਾ ਤੁਸੀਂ ਵਾਪਸ ਲਓ। ਤੇ ਮਾਨ ਸਾਹਿਬ, ਇਸ ਤੋਂ ਵੱਡੀ ਸਰਕਾਰ ਦੀ ਨਲਾਇਕੀ ਕੀ ਹੋ ਸਕਦੀ ਹੈ? ਮੈਂ ਨਲਾਇਕੀ ਸ਼ਬਦ ਵਰਤ ਰਿਹਾ ਕਿ ਜਿਸ ਨੂੰ ਪਤਾ ਹੀ ਨਹੀਂ ਕਿ ਉਸ ਦੇ ਦਫ਼ਤਰ ਦੇ ਵਿੱਚ ਕੀ ਹੋ ਰਿਹਾ। ਜੋ ਸਰਕਾਰ ਦਾ ਪੱਖ ਹੈਗਾ ਕਿ ਮੁੱਖ ਮੰਤਰੀ ਸਾਹਿਬ ਇਸ ਗੱਲ ਤੋਂ ਪੂਰਨ ਤੌਰ ਤੇ ਅਨਭਿੱਜਤਾ ਜ਼ਾਹਿਰ ਕਰਦੇ ਨੇ ਕਿ ਮੈਨੂੰ ਇਸ ਗੱਲ ਦਾ ਪਤਾ ਹੀ ਨਹੀਂ। ਪਰ ਜਿਸ ਤਰੀਕੇ ਨਾਲ ਮਾਨ ਸਾਹਿਬ ਕੱਲ ਨਵੇਂ ਤੱਥ ਸਾਹਮਣੇ ਆਏ ਆ ਔਰ ਜਿਹੜੀ ਨੋਟਿੰਗ ਜਿਹੜੀ ਮੁੱਖ ਮੰਤਰੀ ਦੇ ਆਫਿਸ ਦੀ ਆ, ਜਿਹਦੇ ਵਿੱਚ ਮੰਤਰੀ ਲਾਲਜੀਤ ਸਿੰਘ ਭੁੱਲਰ ਦੇ ਹਸਤਾਖਰ ਵੀ ਹੋਏ ਨੇ ਤੇ ਈਵਨ ਕਿ ਭਗਵੰਤ ਸਿੰਘ ਮਾਨ ਦੇ ਵੀ ਉਹਦੇ ਉੱਤੇ ਸਾਈਨ ਹੋਏ ਨੇ ਬਕਾਇਦਾ ਤੌਰ ਤੇ, ਤਾਂ ਫਿਰ ਸਰਕਾਰ ਪਤਾ ਨਹੀਂ ਕਿਸ ਮੂੰਹ ਇਹ ਗੱਲ ਕਹਿ ਰਹੀ ਆ ਕਿ ਆਪਾਂ ਨੂੰ ਇਸ ਗੱਲ ਦਾ ਪਤਾ ਹੀ ਨਹੀਂ। ਔਰ ਦੂਜੇ ਪਾਸੇ ਸਾਰੀ ਨਜ਼ਲਾ ਜਿਹੜਾ 2 ਆਈਏਐਸ ਅਧਿਕਾਰੀਆਂ ਤੇ ਸੁੱਟ ਦਿੱਤਾ ਜਾਂਦਾ, ਉਹਨਾਂ ਦੀ ਜਿਹੜੀ ਬੜੀ ਆ ਉਹ ਲੈ ਲਈ ਜਾਂਦੀ ਹੈ। ਸੋ ਸਥਿਤੀਆਂ ਜਿਹੜੀਆਂ ਨੇ ਮਾਨ ਸਾਹਿਬ, ਇਹ ਬੜੀਆਂ ਟੇਢੀਆਂ ਜੀਆਂ ਨੇ। ਤੁਸੀਂ ਸ਼ਬਦ ਵਰਤਿਆ ਤਾਨਾਸ਼ਾਹ, ਬਿਲਕੁਲ ਇਹਦੇ ਵਿੱਚ ਤਾਨਾਸ਼ਾਹੀ ਰਵੱਈਆ ਜਿਹੜਾ ਮਾਨ ਸਾਹਿਬ ਉਹ ਸਾਹਮਣੇ ਆਉਂਦਾ ਸਰਕਾਰ ਦਾ, ਕਿਉਂਕਿ ਸਰਕਾਰ ਇਸ ਵੇਲੇ ਇੰਨੇ ਵੱਡੇ ਸਵੈ ਵਿਸ਼ਵਾਸ ਜਾਂ ਆਤਮ ਵਿਸ਼ਵਾਸ ਨਾਲ ਭਰੀ ਆ। ਉਹ ਸਮਝਦੀ ਹੈ ਕਿ ਹਾਂ ਵੀ ਜਿਹੜੇ ਵੀ ਅਸੀਂ ਫੈਸਲੇ ਲਵਾਂਗੇ ਉਹ ਫੈਸਲੇ ਇਨ ਬਿਨ ਲਾਗੂ ਹੋ ਜਾਣਗੇ। 10 ਅਗਸਤ ਨੂੰ ਨੋਟੀਫਿਕੇਸ਼ਨ ਜਾਰੀ ਕਰਕੇ ਪੰਚਾਇਤਾਂ ਨੂੰ ਭੰਗ ਕਰ ਦਿੱਤਾ ਜਾਂਦਾ ਤੇ ਨਾਲ ਹੀ ਨਾਲ ਇਹ ਕਹਿ ਦਿੱਤਾ ਜਾਂਦਾ ਕਿ ਹਾਂ ਭਈ ਇਹ ਜਿਹੜੇ ਜਨ ਹਿੱਤ ਕਰਕੇ ਜਿਹੜਾ ਇਹ ਫੈਸਲਾ ਜਿਹੜਾ ਕੀਤਾ ਗਿਆ ਜਾਂ ਪੰਚਾਇਤਾਂ ਨੂੰ ਭੰਗ ਕੀਤਾ ਗਿਆ। ਪੰਚਾਇਤ ਯੂਨੀਅਨ ਕੋਰਟ 'ਚ ਜਾਂਦੀ ਆ ਔਰ ਕੋਰਟ 'ਚ ਜਿਸ ਤਰੀਕੇ ਨਾਲ ਪੰਜਾਬ ਸਰਕਾਰ ਦੀਆਂ ਧੱਜੀਆਂ ਉੱਡਦੀਆਂ ਨੇ ਔਰ ਸਰਕਾਰ ਉੱਥੇ ਕੋਈ ਵੀ ਆਪਣਾ ਪੱਖ ਸਪਸ਼ਟ ਰੱਖ ਹੀ ਨਹੀਂ ਪਾਉਂਦੀ, ਜਨ ਹਿੱਤ ਦੀ ਜਿਹੜੀ ਪਰਿਭਾਸ਼ਾ ਉਹ ਨਹੀਂ ਦੇ ਪਾਉਂਦੀ। ਫਿਰ ਅਗਲੇ ਦਿਨ ਇਹ ਪੁੱਛਿਆ ਜਾਂਦਾ ਕਿ ਹਾਂ ਵੀ ਤੁਸੀਂ ਦੱਸੋ ਕਿ ਇਹ ਕਿਉਂ ਕੀਤਾ। ਤੇ 31 ਅਗਸਤ ਨੂੰ ਜਦੋਂ ਸਰਕਾਰ ਨੇ ਜਵਾਬ ਦੇਣਾ ਹੁੰਦਾ, ਸਰਕਾਰ ਇੰਨੀ ਕੁ ਉਸ ਵੇਲੇ ਡਰ ਜਾਂਦੀ ਹਾਈ ਕੋਰਟ ਤੋਂ ਕਿ ਸਰਕਾਰ ਫੈਸਲਾ ਉੱਥੇ ਸੁਣਵਾਈ ਦੇ ਵਿੱਚ ਸ਼ਾਮਲ ਹੋਣ ਦੀ ਬਜਾਏ ਨੋਟੀਫਿਕੇਸ਼ਨ ਹੀ ਕਹਿ ਦਿੰਦੀ ਹੈ ਕਿ ਹਾਂ ਵੀ ਅਸੀਂ ਪੰਚਾਇਤਾਂ ਜਿਹੜੀਆਂ ਭੰਗ ਕੀਤੀਆਂ ਨੇ ਨੋਟਿਸ ਵਾਪਸ ਲੈਂਦੇ ਹਾਂ। ਹਾਲਾਂਕਿ ਚਾਹੀਦਾ ਤਾਂ ਇਹ ਸੀ ਕਿ ਸਰਕਾਰ ਦਾ ਉੱਥੇ ਵਕੀਲ ਉੱਥੇ ਪੇਸ਼ ਹੁੰਦਾ, ਬੇਸ਼ੱਕ ਸਰਕਾਰ ਦਾ ਪੱਖ ਪੇਸ਼ ਕੀਤਾ ਜਾਂਦਾ। ਹਾਈ ਕੋਰਟ ਬੇਸ਼ੱਕ ਸਰਕਾਰ ਨੂੰ ਜਿਹੋ ਜਿਹੀ ਮਰਜ਼ੀ ਝਾੜ ਪਾਉਂਦੀ, ਪਰ ਘੱਟ ਤੋਂ ਘੱਟ ਸਰਕਾਰ ਦਾ ਇੱਕ ਟੈਬੂ ਜਿਹੜਾ ਉਹ ਬਣਿਆ ਰਹਿ ਸਕਦਾ ਸੀ ਕਿ ਹਾਂ ਵੀ ਸਰਕਾਰ ਨੇ ਆਪਣਾ ਪੱਖ ਪੇਸ਼ ਕੀਤਾ
ਜੇ ਮੰਨ ਲਓ ਹਾਈ ਕੋਰਟ ਸਰਕਾਰ ਦੇ ਖਿਲਾਫ ਫੈਸਲਾ ਦਿੰਦੀ, ਸਰਕਾਰ ਜਿਹੜੀ ਆ ਸੁਪਰੀਮ ਕੋਰਟ ਜਾ ਸਕਦੀ ਸੀ। ਪਰ ਪਤਾ ਨਹੀਂ ਕੀ ਗੱਲ ਕਿ ਜਿਸ ਤਰੀਕੇ ਨਾਲ ਪਹਿਲਾਂ ਕਾੜੀਆਂ ਦੇ ਵਿੱਚ ਇਹ ਫੈਸਲਾ ਕਰ ਲਿਆ ਗਿਆ, ਉਸੇ ਤਰੀਕੇ ਨਾਲ ਹਾਈ ਕੋਰਟ ਵਿੱਚੋਂ ਬੇਇੱਜ਼ਤ ਹੋਣ ਕਰਕੇ ਫਿਰ ਸ਼ਬਦ ਇਹ ਹੋਈ ਹੈ ਕਿ ਕਿਰਕਰੀ ਨਾ ਹੋਵੇ, ਇਹ ਫੈਸਲਾ ਜਿਹੜਾ ਵਾਪਸ ਲੈ ਲਿਆ ਗਿਆ। ਅਣਖੀ ਜੀ, ਜਿਸ ਤਰੀਕੇ ਨਾਲ ਤੁਸੀਂ ਕਹਿ ਰਹੇ ਹੋ ਵੀ ਸੁਪਰੀਮ ਕੋਰਟ ਵਿੱਚ ਵੀ ਜਾਇਆ ਜਾ ਸਕਦੀ ਜੇ ਸਰਕਾਰ ਦੇ ਖਿਲਾਫ ਫੈਸਲਾ ਆਉਂਦਾ, ਕਿ ਇਹਦੇ ਵਿੱਚ ਜਿਹੜੇ ਕਿ ਅਕਸਰ ਵਿਰੋਧੀ ਜਿਸ ਮਾਮਲੇ ਤੇ ਸਰਕਾਰ ਨੂੰ ਘੇਰਦੇ ਨੇ, ਅਨੁਭਵਹੀਨਤਾ ਵੀ ਕਹਿ ਸਕਦੇ, ਸਰਕਾਰ ਦੀ ਅਨੁਭਵਹੀਨਤਾ ਵੀ ਸਾਹਮਣੇ ਆਈ ਇਸ ਮਾਮਲੇ 'ਚ। ਮਾਨ ਸਾਹਿਬ, ਇਸ ਤੋਂ ਵੱਡੀ ਅਨੁਭਵਹੀਨਤਾ ਹੋਰ ਕੀ ਹੋ ਸਕਦੀ ਹੈ ਕਿ ਸਰਕਾਰ ਜਦੋਂ ਕੋਰਟ ਦੇ ਵਿੱਚ ਆਪਣਾ ਪੱਖ ਹੀ ਪੇਸ਼ ਨਹੀਂ ਕਰ ਸਕੀ, ਉਸ ਤੋਂ ਪਹਿਲਾਂ ਹੀ ਚਲੇ ਗਈ। ਮੰਨ ਲਓ ਕਿ ਸਰਕਾਰ ਨੂੰ ਇਸ ਗੱਲ ਦਾ ਪਤਾ ਸੀ ਕਿ ਹਾਈ ਕੋਰਟ ਦਾ ਫੈਸਲਾ ਸਰਕਾਰ ਦੇ ਇਸ ਨੋਟੀਫਿਕੇਸ਼ਨ ਦੇ ਵਿਰੁੱਧ ਹੋਣਾ, ਪਰ ਕਾਨੂੰਨੀ ਮਾਹਿਰ ਜਾਂ ਸਿਆਸੀ ਮਾਹਿਰ ਇਹ ਗੱਲ ਕਹਿੰਦੇ ਆ ਕਿ ਸਰਕਾਰ ਨੂੰ 31 ਤਰੀਕ ਨੂੰ ਕੋਰਟ ਦੇ ਵਿੱਚ ਕੋਈ ਨਾ ਕੋਈ ਆਪਣੇ ਐਡਵੋਕੇਟ ਜਨਰਲ ਦਾ ਕੋਈ ਜਵਾਬ ਦੇਣਾ ਚਾਹੀਦਾ ਸੀ। ਜਿਹੜੀ ਸਥਿਤੀ ਕਿਰਕਰੀ ਹੋਣ ਹੋਈ ਆ, ਘੱਟ ਤੋਂ ਘੱਟ ਉਹ ਕਿਰਕਰੀ ਤੋਂ ਬਚਿਆ ਜਾ ਸਕਦਾ ਸੀ। ਪਰ ਸਰਕਾਰ ਸ਼ਾਇਦ ਇੰਨੀ ਜਿਹੜਾ ਸ਼ਬਦ ਤੁਸੀਂ ਵਰਤ ਰਹੇ ਅਨੁਭਵਹੀਨਤਾ ਦਾ ਹੀ ਆ ਕਿ ਸਰਕਾਰ ਨੂੰ ਪਤਾ ਨਹੀਂ ਲੱਗਾ ਕਿ ਕਾੜੀ ਦੇ ਵਿੱਚ ਕਦਮ ਕੀ ਉਠਾਉਣਾ। ਉਹਨਾਂ ਨੇ ਮਿੰਟੋ ਮਿੰਟੀ ਜਿਹੜਾ ਜਾ ਕੇ ਉਹਨਾਂ ਨੇ ਜਿਹੜੀ ਆ ਉਹ ਆਪਣਾ ਫੈਸਲਾ ਜਿਹੜਾ ਉਹਨਾਂ ਨੇ ਵਾਪਸ ਲੈ ਲਿਆ। ਹੁਣ ਦੂਜਾ ਫੈਸਲਾ ਕੱਲ ਤੁਸੀਂ ਹੋਰ ਦੇਖ ਲਓ, ਨਾਲ ਹੀ ਇਹ ਫੈਸਲਾ ਕੀਤਾ ਸੀ ਕਿ ਜਿਹੜੀਆਂ ਪੰਚਾਇਤਾਂ ਨੇ ਉਹ ਆਪਣੇ ਅਕਾਊਂਟ ਦੇ ਵਿੱਚੋਂ ਬੈਂਕਾਂ ਦੇ ਵਿੱਚ ਕੋਈ ਵੀ ਪੈਸਾ ਜਿਹੜਾ ਨਹੀਂ ਖਿਡਾ ਸਕਦੀਆਂ। ਜਦੋਂ ਇਹ ਨੋਟੀਫਿਕੇਸ਼ਨ ਆਇਆ ਨਾਲ ਹੀ ਫਿਰ ਉਹ ਵੀ ਹੁਕਮ ਜਿਹੜੇ ਵਾਪਸ ਲੈ ਲਏ ਗਏ। ਸੋ ਕਹਿਣ ਦਾ ਅਰਥ ਹੈ ਮਾਨ ਸਾਹਿਬ ਕਿ ਜਿਸ ਤਰੀਕੇ ਨਾਲ ਸਰਕਾਰ ਦੀ ਅਨੁਭਵਹੀਨਤਾ ਜਾਂ ਐਕਸਪੀਰੀਅੰਸ ਨਾ ਹੋਣਾ ਸਰਕਾਰ ਵਾਸਤੇ ਕਿਰਕਰੀ ਦਾ ਸਵੱਬ ਜਿਹੜਾ ਬਣਦਾ ਜਾ ਰਿਹਾ, ਉਹਦੇ ਨਾਲ ਹੀ ਨਾਲ ਇਹ ਵੀ ਗੱਲ ਪਤਾ ਸਾਹਮਣੇ ਜਿਹੜੇ ਤੱਥ ਸਾਹਮਣੇ ਆਉਂਦੇ ਨੇ ਕਿ ਮੁੱਖ ਮੰਤਰੀ ਸਾਹਿਬ ਨੂੰ ਸ਼ਾਇਦ ਠੀਕ ਤਰੀਕੇ ਨਾਲ ਜਿਹੜਾ ਫੀਡਿੰਗ ਜਿਹੜੀ ਆ ਉਹ ਨਹੀਂ ਦਿੱਤੀ ਜਾਂਦੀ। ਹੋਮਵਰਕ ਸ਼ਾਇਦ ਜਿਹੜੀ ਉਹਨਾਂ ਦੀ ਟੀਮ ਆ ਉਹ ਠੀਕ ਤਰੀਕੇ ਨਹੀਂ ਕਰਦੀ। ਹੁਣ ਕੱਲ ਜਿਹੜੀ ਉਹ ਲੈਟਰ ਜਿਹੜਾ ਸਾਰਾ ਦਿਨ ਜਿਹਦੇ ਉੱਤੇ ਪ੍ਰਤਾਪ ਸਿੰਘ ਬਾਜਵਾ ਨੇ ਵੀ ਸਰਕਾਰ ਨੂੰ ਘੇਰਿਆ, ਸੁਖਪਾਲ ਸਿੰਘ ਖਹਿਰੇ ਨੇ ਵੀ ਘੇਰਿਆ ਕਿ ਉਹਦੇ ਉੱਤੇ ਬਕਾਇਦਾ ਤੌਰ ਤੇ ਉਹਨਾਂ ਅਫਸਰਾਂ ਦੇ ਸਾਈਨ ਤਾਂ ਹਨ ਹੀ ਹਨ, ਈਵਨ ਕਿ ਉਹਦੇ ਉੱਤੇ ਲਾਲਜੀਤ ਭੁੱਲਰ ਦੇ ਹਰੇ ਪੈਨ ਨਾਲ ਸਾਈਨ ਵੀ ਨਹੀਂ ਤੇ ਮੁੱਖ ਮੰਤਰੀ ਭਗਵੰਤ ਮਾਨ ਹੋਣਾ ਦੇ ਵੀ। ਤਾਂ ਇਹ ਸਭ ਕਿਸ ਕਾਸੇ ਦੇ ਵਿੱਚ ਫਿਰ ਸਰਕਾਰ ਜਾਂ ਮੁੱਖ ਮੰਤਰੀ ਦਾ ਦਫ਼ਤਰ ਕਿਸ ਤਰੀਕੇ ਨਾਲ ਕਹਿ ਸਕਦਾ ਕਿ ਹਾਂ ਵੀ ਸਾਨੂੰ ਇਸ ਗੱਲ ਦਾ ਪਤਾ ਹੀ ਨਹੀਂ ਲੱਗਾ ਕੀ ਹੋ ਗਿਆ ਜਾਂ ਕੀ ਨਹੀਂ ਹੋਇਆ। ਇਹ ਸਾਰਾ ਅਫਸਰਾਂ ਦੀ ਹੈ। ਤਾਂ ਸਾਰਾ ਦੋ ਅਫਸਰਾਂ ਦੇ ਉੱਤੇ ਨਜ਼ਲਾ ਜਿਹੜਾ ਸੁੱਟ ਕੇ ਸਰਕਾਰ ਨੇ ਆਪਣੇ ਆਪ ਨੂੰ ਬਚਾਉਣ ਦਾ ਜਿਹੜਾ ਯਤਨ ਕੀਤਾ। ਪਰ ਜਿਸ ਤਰੀਕੇ ਨਾਲ ਇਹ ਕਿਰਕਰੀ ਹੋਈ ਆ ਵਿਰੋਧੀ ਧਿਰਾਂ ਦੇ ਨਿਸ਼ਾਨੇ ਤੇ, ਜਿਸ ਤਰੀਕੇ ਨਾਲ ਸਰਕਾਰ ਇਸ ਵੇਲੇ ਹੈਗੀ ਆ, ਈਵਨ ਕਿ ਮੁੱਖ ਮੰਤਰੀ ਦਾ ਅਸਤੀਫਾ ਵੀ ਜਿਹੜਾ ਉਹ ਮੰਗ ਲਿਆ ਗਿਆ, ਤਾਂ ਚਾਹੀਦਾ ਤਾਂ ਇਹ ਆ ਕਿ ਭਵਿੱਖ ਦੇ ਵਿੱਚ ਸਰਕਾਰ ਅਜਿਹੀਆਂ ਕਾਹਲੀਆਂ ਕਰਨ ਦੀ ਬਜਾਏ ਥੋੜਾ ਜਿਹਾ ਸੂਝਵਾਨ ਜਾਂ ਸਹਿਜਤਾ ਜਾਂ ਸੰਜਮਤਾ ਤੋਂ ਕੰਮ ਲਵੇ, ਤਾਂ ਜੋ ਸਰਕਾਰ ਦਾ ਜਿਹੜਾ ਅਕਸ ਆ ਉਹ ਠੀਕ ਠਾਕ ਰਵੇ। ਲੋਕਾਂ ਨੇ 92 ਵਿਧਾਇਕ ਜੇ ਚੁਣ ਕੇ ਭੇਜੇ ਤਾਂ ਉਸ ਦਾ ਮਤਲਬ ਇਹ ਨਹੀਂ ਹੈਗਾ ਕਿ ਤੁਸੀਂ ਤਾਨਾਸ਼ਾਹੀ ਰਵੱਈਆ ਅਪਣਾਉਂਦਿਆਂ ਹੋਇਆ ਕਦੀ ਕੋਈ ਪੰਚਾਇਤ ਭੰਗ ਕਰ ਦਿਓ, ਜੇ ਇਸ ਤਰ੍ਹਾਂ ਕਰ ਦਿਓ, ਉਹ ਕਰ ਦਿਓ, ਤੇ ਜਦੋਂ ਫਿਰ ਹਾਈ ਕੋਰਟ ਦਾ ਡੰਡਾ ਚੜ੍ਹਦਾ ਫਿਰ ਤੁਸੀਂ ਵਾਪਸ ਹੋ ਜਾਂਦੇ ਜੇ। ਤਾਂ ਸਰਕਾਰ ਚਲਾਉਣੀ ਜਿਹੜੇ ਵਿਰੋਧੀ ਠੀਕ ਕਹਿੰਦੇ ਨੇ ਕਿ ਜਿਹੜੀਆਂ ਸਟੇਜ ਔਰ ਸਟੇਜ ਚਲਾਉਣ 'ਚ ਫਰਕ ਹੈਗਾ, ਆਪਾਂ ਉਸ ਮੁੱਦੇ ਤੇ ਨਹੀਂ ਪੈਂਦੇ, ਆਪਾਂ ਉਸ ਮੁੱਦੇ ਦੀ ਕੋਈ ਹਮਾਇਤ ਜਾਂ ਨਹੀਂ ਕਰ ਰਹੇ, ਪਰ ਆਪਾਂ ਇਹ ਗੱਲ ਜ਼ਰੂਰ ਕਰਦੇ ਹਾਂ ਕਿ ਸਰਕਾਰ ਨੂੰ ਘੱਟ ਤੋਂ ਘੱਟ ਅਜਿਹਾ ਤਾਨਾਸ਼ਾਹੀ ਰਵੱਈਆ, ਖਾਸ ਤੌਰ ਤੇ ਜਿਹੜੀਆਂ ਲੋਕਤੰਤਰੀ ਸੰਸਥਾਵਾਂ ਨੇ ਉਹਨਾਂ ਦੇ ਸੰਦਰਭ ਦੇ ਵਿੱਚ ਇਹ ਜਿਹਾ ਰਵੱਈਆ ਨਹੀਂ ਅਪਣਾਉਣਾ ਚਾਹੀਦਾ। ਇਹ ਵੀ ਸਾਹਮਣੇ ਆ ਰਹੀ ਹੈ ਵੀ ਇਸ ਪੂਰੇ ਮਾਮਲੇ ਵਿੱਚ ਜਦੋਂ ਇਸ ਪੰਚਾਇਤਾਂ ਨੂੰ ਭੰਗ ਕਰਨ ਦੇ ਮਿੰਟਸ ਬਣੇ ਸੀਗੇ, ਉਹਦੇ ਵਿੱਚ ਕਹਿੰਦੇ ਏਜੀ ਦਫ਼ਤਰ ਦੀ ਕੋਈ ਰਾਏ ਨਹੀਂ ਲਈ ਗਈ। ਇਸ ਮਾਮਲੇ ਨੂੰ ਕਿਵੇਂ ਦੇਖ ਰਹੇ ਹੋ ਫਿਰ? ਤੁਸੀਂ ਤਾਂ ਇਹੋ ਦੇਖ ਲਓ ਕਿ ਲੈਕ ਆਫ ਅੰਡਰਸਟੈਂਡਿੰਗ ਹੈ, ਉਹ ਜਿਹੜੀ ਸਮਝੀ ਹੈ ਹੀ ਨਹੀਂ। ਸਰਕਾਰ ਨੂੰ ਪਤਾ ਹੀ ਨਹੀਂ ਲੱਗ ਰਿਹਾ ਕਿ ਸਿਸਟਮ ਜਿਹੜਾ ਚਲਾਉਣਾ ਕੀਤਾ ਕਿਸ ਤਰ੍ਹਾਂ ਚਲਾਉਣਾ। ਐਡਵੋਕੇਟ ਜਨਰਲ ਜਿਹੜਾ ਏਜੀ ਦਫ਼ਤਰ ਸੀ ਉਹ ਕਹਿੰਦੇ ਕਿ ਨਾ ਉਹਨਾਂ ਨੇ ਇਹਦੇ ਵਿੱਚ ਹੱਕ ਦੇ ਵਿੱਚ ਕੋਈ ਫੈਸਲਾ ਦਿੱਤਾ, ਨਾ ਉਹਨਾਂ ਨੇ ਕੋਈ ਖਿਲਾਫ ਦਿੱਤਾ। ਹੁਣ ਅਸਲ 'ਚ ਮਾਨ ਸਾਹਿਬ ਕਿਸੇ ਵੀ ਦੋ ਅਧਿਕਾਰੀ IAS ਅਧਿਕਾਰੀ ਕਿਸੇ ਵੀ ਰਾਜ ਦੇ ਵਿੱਚ ਇੰਨੇ ਸ਼ਕਤੀਸ਼ਾਲੀ ਨਹੀਂ ਹੁੰਦੇ ਕਿ ਆਪਣੇ ਪੱਧਰ ਤੇ ਉਹ ਸਾਈਨ ਕਰਕੇ ਫੜਾ ਦੇਣ ਤੇ ਭੁੱਲਰ ਸਾਹਿਬ ਜਿਹੜੇ ਮੰਤਰੀ ਨੇ ਉਹ ਸਾਈਨ ਕਰਦੇ ਤੇ ਫਿਰ ਮੁੱਖ ਮੰਤਰੀ ਵੀ ਉੱਤੋਂ ਸਾਈਨ ਕਰ ਦੇਵੇ। ਇਸ ਤਰ੍ਹਾਂ ਕਦੇ ਵੀ ਨਹੀਂ ਹੋ ਸਕਦਾ। ਇਹ ਜੋ ਕੁਝ ਹੋਇਆ ਇੱਕ ਗਿਣੀ ਮਿੱਥੀ ਸਾਜ਼ਿਸ਼ ਸੀ। ਉਹ ਸਾਜ਼ਿਸ਼ ਦੇ ਤਹਿਤ ਹੀ ਇਹ ਪੰਚਾਇਤਾਂ ਨੂੰ ਭੰਗ ਕਰਨ ਦਾ ਕਿ 6 ਮਹੀਨੇ ਪਹਿਲਾਂ ਜਿਹੜੀਆਂ ਚੋਣਾਂ ਕਰਵਾ ਲਈਆਂ ਜਾਣ ਤਾਂ ਜੋ 2024 ਵਾਸਤੇ ਜਿਹੜੀ ਗਰਾਊਂਡ ਆ ਉਹ ਤਿਆਰ ਕਰ ਲਈ ਜਾਵੇ। ਅਸਲ ਕਾਰਨ ਇਹ ਸੀ। ਤੇ ਇਸ ਜੇਕਰ ਐਡਵੋਕੇਟ ਜਨਰਲ ਦੇ ਦਫ਼ਤਰ ਦਾ ਤੁਸੀਂ ਪੱਖ ਹੀ ਨਹੀਂ ਸੁਣਦੇ ਤਾਂ ਫਿਰ ਤਾਂ ਤੁਸੀਂ ਦੇਖ ਲਓ, ਫਿਰ ਤਾਈਓ ਸ਼ਾਇਦ ਇਸੇ ਹੀ ਕਾਰਨ ਜਿਹੜਾ ਹਾਈ ਕੋਰਟ ਦੇ ਵਿੱਚ ਐਡਵੋਕੇਟ ਜਨਰਲ ਦਫ਼ਤਰ ਵੱਲੋਂ ਕੋਈ ਬੰਦਾ ਹੀ ਪੇਸ਼ ਨਹੀਂ ਹੋਇਆ। ਤਾਂ ਹਾਈ ਕੋਰਟ ਇਸ ਤੋਂ ਪਹਿਲਾਂ ਕੋਈ ਫੈਸਲਾ ਸੁਣਾਉਂਦੀ, ਇਹਨਾਂ ਨੇ ਆਪ ਹੀ ਜਿਹੜੇ ਸਾਰਾ ਕੁਝ ਸਮੇਟ ਲਿਆ ਤੇ ਆਪ ਹੀ ਕਹਿਤਾ ਕਿ ਇਸ ਦੀ ਨੋਟੀਫਿਕੇਸ਼ਨ ਵਾਪਸ ਲੈਣੇ ਆ। ਹਾਂ, ਜੇਕਰ ਐਡਵੋਕੇਟ ਜਨਰਲ ਦੇ ਦਫ਼ਤਰ ਦਾ ਕੋਈ ਨੁਮਾਇੰਦੇ ਜਾਂ ਉਸ ਦੀ ਕੋਈ ਨੋਟਿੰਗ ਉਹਦੇ ਵਿੱਚ ਹੋਈ ਹੁੰਦੀ ਤਾਂ ਫਿਰ ਸ਼ਾਇਦ ਇੰਨੀ ਕਿਰਕਰੀ ਸਰਕਾਰ ਦੀ ਨਾ ਹੁੰਦੀ ਜਿੰਨੀ ਕਿਰਕਰੀ ਇਸ ਸੰਦਰਭ ਦੇ ਵਿੱਚ ਵੇਖਣ ਨੂੰ ਮਿਲ ਰਹੀ ਆ। ਜਿਸ ਤਰੀਕੇ ਦੇ ਨਾਲ ਐਡਵੋਕੇਟ ਜਨਰਲ ਕਹਿੰਦੇ ਕਿ ਉਹਨਾਂ ਦੇ ਦਫ਼ਤਰ ਦਾ ਵੀ ਬੰਦਾ ਉਸ ਦਿਨ ਪੇਸ਼ ਨਹੀਂ ਸੀ ਹੋਇਆ, ਅੱਜ ਦਿਨ ਸੁਣਵਾਈ ਹੋਈ ਆ ਕਿ ਈਵਨ ਕਿ ਬਾਹਰੋਂ ਇੱਕ ਪ੍ਰਾਈਵੇਟ ਵਕੀਲ ਲਿਆ ਕੇ ਉੱਥੇ ਖੜਾ ਕੀਤਾ ਗਿਆ। ਤਾਂ ਇਹ ਹੁਣ ਸਰਕਾਰ ਦੇ ਜਿਹੜੇ ਉਹ ਕਦਮ ਨੇ, ਹਰ ਕਦਮ ਤੇ ਸਰਕਾਰ ਬੈਕਫੁੱਟ ਤੇ ਜਾ ਰਹੀ ਆ। ਕੋਈ ਵੀ ਮੁੱਦਾ ਹੋਵੇ ਤਾਂ ਠੀਕ ਆ, ਇਹ ਜਿਹੜੀ ਵਰਤਾਰਾ
ਸਰਕਾਰ ਨੂੰ ਆਪਣੇ ਮਾਨ ਸਾਹਿਬ ਮਹਿੰਗਾ ਪੈ ਸਕਦਾ, ਔਰ ਮਹਿੰਗਾ ਪੈ ਰਿਹਾ। ਜਿਸ ਤਰੀਕੇ ਨਾਲ ਇਹ ਵੀ ਮੁੱਦਾ ਅਜਿਹਾ ਸੀ ਜਿਹੜਾ ਕੋਈ ਵਾਦ ਵਿਵਾਦ ਨਹੀਂ ਸੀ, ਪਰ ਜਾਣ ਬੁੱਝ ਕੇ ਛੇੜਿਆ ਵਿਵਾਦ ਸਰਕਾਰ ਦੇ ਗਲੇ ਦੀ ਹੱਡੀ ਬਣ ਗਿਆ। ਹੁਣ IAS ਲੌਬੀ ਜਿਹੜੀ ਆ ਉਹ ਵੱਖਰੀ ਨਾਰਾਜ਼ ਜਿਹੜੀ ਹੋਤਰੀ ਹੈ। ਤਾਂ ਇਹ ਜਿਹੇ ਸੰਦਰਭ ਦੇ ਵਿੱਚ ਜਿਸ ਤਰੀਕੇ ਨਾਲ ਕੱਲ ਉਹਨਾਂ ਨੇ IAS ਲੌਬੀ ਨੇ ਆਪਣੇ 2 ਅਧਿਕਾਰੀਆਂ ਨੂੰ ਮੁਅੱਤਲ ਕੀਤੇ ਜਾਣ ਦੇ ਸੰਦਰਭ ਦੇ ਵਿੱਚ ਅਨੁਰਾਗ ਵਰਮਾ ਜਿਹੜੀ ਚੀਫ ਸੈਕਟਰੀ ਉਹਨਾਂ ਨਾਲ ਗੱਲਬਾਤ ਕੀਤੀ। ਹੁਣ ਜੇਕਰ ਸਮੁੱਚੀ ਅਫਸਰਸ਼ਾਹੀ ਜਿਨ੍ਹਾਂ ਦੇ ਸਿਰ ਤੇ ਰਾਜ ਭਾਗ ਚੱਲਦਾ, ਜੇ ਸਰਕਾਰ ਉਹਨਾਂ ਨੂੰ ਹੀ ਨਾਰਾਜ਼ ਕਰ ਦੇਗੀ ਤਾਂ ਫਿਰ ਦੱਸੋ ਸਰਕਾਰ ਦਾ ਕੰਮ ਚੱਲੇਗਾ ਕਿਵੇਂ? ਕੀ ਸਰਕਾਰ ਠੀਕ ਆ? ਮਾਨ ਸਾਹਿਬ ਕਹਿੰਦੇ ਆ ਕਿ ਸਾਡੇ ਕੋਲ ਅਜਿਹੇ ਜਿਹੜੇ ਹਨ ਬੰਦੇ ਜਿਹੜੇ ਦਿਮਾਗ ਵੀ ਠੀਕ ਕਰਦੇ ਆ, ਦਿਮਾਗ ਠੀਕ ਕਰਦੇ, ਮੋਬਾਈਲ ਠੀਕ ਕਰਨੇ ਇੱਕ ਡਿਫਰੈਂਟ ਇਸ਼ੂ ਆ, ਪਰ ਜਦੋਂ ਸਰਕਾਰੀ ਤੰਤਰ ਚਲਾਉਣਾ ਉਹਦੇ ਵਾਸਤੇ ਉਹਨਾਂ ਲੋਕਾਂ ਦੀ ਲੋੜ ਹੈ ਜਿਹੜੇ ਇਹਨਾਂ ਦੇ ਵਿੱਚ ਮਾਹਿਰ ਨੇ। ਤੇ ਜਾਂ ਫਿਰ ਤੁਸੀਂ ਇੰਨੇ ਸਿਆਣੇ ਹੋ ਕਿ ਜਿਹੜੀ IAS ਲੌਬੀ ਆ ਤੁਹਾਨੂੰ ਗੁੰਮਰਾਹ ਨਾ ਕਰ ਸਕੇ ਬਕਾਉ ਤੁਹਾਡੇ, ਕੀ ਤੁਹਾਨੂੰ ਇਸ ਗੱਲ ਦਾ ਪਤਾ ਹੀ ਨਹੀਂ ਲੱਗਾ ਕਿ ਧਰਿੰਦਰ ਕਬਾੜੀ ਨੇ ਔਰ ਦੂਜੇ ਪਾਸੇ ਗੁਰਪ੍ਰੀਤ ਸਿੰਘ ਖਹਿਰੇ ਨੇ ਆਪਣੇ ਪੱਖ ਤੇ ਕੰਮ ਕਰ ਲਿਆ? ਜੇ ਉਹਨਾਂ ਨੇ ਆਪਣੇ ਪੱਖ ਤੇ ਕੰਮ ਕੀਤਾ ਤੇ ਤੁਹਾਨੂੰ ਪਤਾ ਹੀ ਨਹੀਂ, ਤਾਂ ਫਿਰ ਇਹ ਵੀ ਇਸ ਤੋਂ ਵੱਡੀ ਸਰਕਾਰ ਦੀ ਨਲਾਇਕੀ ਕੀ ਹੋ ਸਕਦੀ ਕਿ ਮੁੱਖ ਮੰਤਰੀ ਦਫ਼ਤਰ ਨੂੰ ਪਤਾ ਹੀ ਨਾ ਹੋਵੇ ਤੇ ਥੱਲੇ ਅਫਸਰ ਸਰਕਾਰ ਜਿਹੜੀ ਚਲਾ ਰਹੇ ਹੋਣ। ਸੋ ਅਜਿਹਾ ਵਰਤਾਰਾ ਜਿਸ ਤਰੀਕੇ ਨਾਲ 2 ਬੰਦਿਆਂ ਦੀ ਕੁਰਬਾਨੀ ਲਈ ਗਈ ਹੈ ਔਰ ਆਪਣੇ ਬੰਦੇ ਨੂੰ ਬਚਾ ਲਿਆ ਗਿਆ, ਇਹਦੇ ਨਾਲ IAS ਅਫਸਰ ਜਿਹੜੀ ਲੌਬੀ ਆ ਉਹਦੇ 'ਚ ਤਾਂ ਕੁਦਰਤੀ ਤੌਰ ਤੇ ਅਸੰਤੋਸ਼ ਨਾਲ ਫੈਲਿਆ। ਔਰ ਜੇਕਰ ਅਜਿਹੇ ਹੀ ਹਾਲਾਤ ਰਹੇ ਤਾਂ ਕੱਲ ਨੂੰ ਫਿਰ ਸਰਕਾਰ ਦੀਆਂ ਸਕੀਮਾਂ ਜਿਵੇਂ ਸਰਕਾਰ ਦੇ ਕੰਮ ਕਰੇਗਾ ਕੌਣ? ਸੁਖਪਾਲ ਸਿੰਘ ਖਹਿਰੇ ਨੇ ਇਸੇ ਤਰੀਕੇ ਨਾਲ ਇੱਕ ਮੁੱਦਾ ਉਠਾਇਆ। ਉਹਨਾਂ ਨੇ IAS ਅਫਸਰਾਂ ਨੂੰ ਅਪੀਲ ਕੀਤੀ ਕਿ ਹਾਂ ਭਾਈ ਤੁਸੀਂ ਸਰਕਾਰ ਦੇ ਆਖੇ ਲੱਗ ਕੇ ਕੋਈ ਕੰਮ ਨਾ ਕਰਿਓ ਕਿਉਂਕਿ ਇਹ ਪਿੱਛੇ ਨਹੀਂ ਖਲੋਂਦੇ, ਵਿਰੋਧੀਆਂ ਨੇ ਤੇ ਤੰਜ ਕੱਸਣਾ ਹੀ ਕੱਸਣਾ। ਪਰ ਇਸ ਦੇ ਵਿੱਚ ਵੱਡੀ ਜ਼ਿੰਮੇਵਾਰੀ ਮਾਨ ਸਾਹਿਬ ਜਿਹੜੀ ਆ ਉਹ ਸਰਕਾਰ ਦੀ ਹੈ। ਸਰਕਾਰ ਆਪਣੀ ਅਫਸਰਸ਼ਾਹੀ ਨੂੰ ਕਿਸ ਤਰੀਕੇ ਨਾਲ ਕੰਟਰੋਲ ਕਰਦੀ ਜਾਂ ਕਿਸ ਤਰੀਕੇ ਨਾਲ ਕੰਟਰੋਲ ਨਹੀਂ ਕਰ ਪਾ ਰਹੀ, ਇਸ ਦੇ ਸਾਫ਼ ਸਬੂਤ ਆ। ਜੇ ਸਰਕਾਰ ਇਹ ਗੱਲ ਕਹਿੰਦੀ ਹੈ ਕਿ ਪੰਚਾਇਤਾਂ ਦੇ ਸੰਦਰਭ 'ਚ ਸਾਨੂੰ ਪਤਾ ਹੀ ਨਹੀਂ, ਤੇ ਫਿਰ ਇਸ ਤੋਂ ਵੱਡੀ ਨਲਾਇਕੀ ਸਰਕਾਰ ਦੀ ਕੋਈ ਨਹੀਂ। ਤੇ ਜੇਕਰ ਸਰਕਾਰ ਹੁਣ ਦੂਜੇ ਪਾਸੇ ਉਹਨਾਂ ਨੂੰ ਸਸਪੈਂਡ ਕਰਕੇ ਕਹਿੰਦੀ ਹੈ ਕਿ ਹਾਂ ਭਾਈ ਉਹਨਾਂ ਕਰਕੇ ਹੋਇਆ, ਸਾਨੂੰ ਪਤਾ ਨਹੀਂ ਲੱਗਾ, ਤਾਂ ਇਸ ਦੇ ਵਿੱਚ ਵੀ ਸਰਕਾਰ ਜਿਹੜੀ ਆ ਬੈਕਫੁੱਟ ਤੇ ਜਾਂਦੀ ਹੈ। ਸਰਕਾਰ ਦੀ ਇਸ ਵੇਲੇ ਜਿਹੋ ਜਿਹੀ ਕਿਰਕਰੀ ਹੋਈ ਹੈ, ਮੇਰਾ ਨਹੀਂ ਖਿਆਲ ਇਤਿਹਾਸ ਦੇ ਵਿੱਚ ਕਦੇ ਇਹੋ ਜਿਹਾ ਕਿਸੇ ਸਰਕਾਰ ਨੂੰ ਅਜਿਹਾ ਝਟਕਾ ਜਿਹੜਾ ਲੱਗਾ ਹੋਵੇ, ਉਹ ਵੀ ਬਿਨਾਂ ਕਿਸੇ ਬੇਲੋੜਾ ਵਾਦ ਵਿਵਾਦ ਤੋਂ। ਇੱਕ ਪਾਸੇ ਤਾਂ ਤੁਸੀਂ ਗੁਰਦਰ ਦੇ ਨਾਲ ਇਹ ਜਿਹੜਾ ਪ੍ਰੋਬਲਮ ਕ੍ਰੀਏਟ ਕੀਤੀਆਂ ਨੇ, ਦੂਜੇ ਪਾਸੇ ਹਰ ਵਿਰੋਧੀ ਨੇਤਾ ਤੁਹਾਡੇ ਖਿਲਾਫ ਬੋਲਿਆ, ਤੁਸੀਂ ਵਿਰੋਧੀਆਂ ਦੇ ਖਿਲਾਫ ਬੋਲ ਰਹੇ ਜੀ। ਤੀਜਾ ਹੁਣ ਜਿਹੜੀ IAS ਲੌਬੀ ਜਿਹੜੀ ਆ ਉਹਨੂੰ ਵੀ ਤੁਸੀਂ ਨਿਰਾਸ਼ ਕਰਕੇ ਉਹਨੂੰ ਵੀ ਨਿਰਾਸ਼ ਕਰ ਲਿਆ, ਤੇ ਫਿਰ ਕੰਮ ਚੱਲੇਗਾ ਕਿਵੇਂ? ਸਰਕਾਰੀ ਤੰਤਰ ਕਿਵੇਂ ਕੰਮ ਕਰੂਗਾ? ਕਈ ਸਕੀਮਾਂ ਨੇ ਇਸ ਤਰ੍ਹਾਂ ਤਾਂ ਫਿਰ ਜ਼ਿੰਮੇਵਾਰੀ ਕੋਈ ਵੀ ਨਹੀਂ ਲਏਗਾ। ਜਿਸ ਤਰ੍ਹਾਂ ਹੁਣ ਮੁੱਖ ਮੰਤਰੀ ਸਾਹਿਬ ਨੇ ਇਸ ਗੱਲ ਤੋਂ ਸਾਫ਼ ਪੱਲਾ ਝਾੜ ਲਿਆ, ਭੁੱਲਰ ਲਾਲਜੀਤ ਸਿੰਘ ਭੁੱਲਰ ਦੇ ਪੱਲਾ ਜਿਹੜਾ ਝਾੜ ਲਿਆ, ਨਜ਼ਰਾਂ ਉਹਨਾਂ ਤੇ ਡਿੱਗਿਆ। ਕੱਲ ਨੂੰ ਭਵਿੱਖ ਵਿੱਚ ਅਗਰ ਅਜਿਹੇ ਕੁਝ ਇੰਸੀਡੈਂਟ ਹੁੰਦੇ ਤਾਂ ਫਿਰ ਕਿਹੜਾ ਅਫਸਰ ਸਰਕਾਰ ਦੇ ਨਾਲ ਚੱਲੇਗਾ ਜਾਂ ਕਿਹੜਾ ਨਹੀਂ ਚੱਲੇਗਾ? ਤਾਂ ਸਰਕਾਰ ਨੂੰ ਚਾਹੀਦਾ ਕਿ ਇੱਕ ਵਿਸ਼ਵਾਸ ਔਰ ਗਾੜੀਪਣ ਦੇ ਵਿੱਚ ਅਜਿਹੇ ਫੈਸਲੇ ਨਾ ਕੀਤੇ ਜਾਣ ਜਿਹੜੇ ਸਰਕਾਰ ਦਾ ਭਵਿੱਖ ਵਿੱਚ ਕਿਰਕਰੀ ਦਾ ਜਵਾਬ ਸਵੱਪ ਬਣਦੇ ਹੋ। ਜੀ ਬਿਲਕੁਲ ਬਿਲਕੁਲ ਸਰ। ਇੱਕ ਪਾਸੇ ਹੁਣ ਸਰਕਾਰ ਇਸ ਮਾਮਲੇ 'ਚ ਬੈਕਫੁੱਟ ਤੇ ਹੈ, 2 IAS ਅਫਸਰਾਂ ਤੇ ਗਾਜ਼ ਵੀ ਗਿਰੀ, ਤੇ ਨਾਲ ਜਿਸ ਤਰੀਕੇ ਨਾਲ ਤੁਸੀਂ ਖਹਿਰਾ ਸਾਹਿਬ ਦੀ ਗੱਲ ਕੀਤੀ ਹੈ ਵੀ ਉਹਨਾਂ ਨੇ ਅਪੀਲ ਕੀਤੀ ਹੈ ਸਾਰੇ ਅਫਸਰਾਂ ਨੂੰ ਵੀ ਗੈਰ ਸੰਵਿਧਾਨਿਕ ਕੰਮਾਂ ਦੇ ਵਿੱਚ ਸਰਕਾਰ ਦਾ ਸਾਥ ਨਾ ਦਿਓ। ਤੇ ਹੁਣ ਤੁਹਾਨੂੰ ਲੱਗਦਾ ਨਹੀਂ ਜਿਸ ਤਰੀਕੇ ਦੇ ਨਾਲ ਕੱਲ IAS ਅਧਿਕਾਰੀ, ਪੰਜਾਬ ਦੇ IAS ਅਧਿਕਾਰੀ ਨੇ ਜੋ ਉਹ ਨਿਰਾਸ਼ ਦਿਖੇ ਨੇ, ਚੀਫ ਸੈਕਟਰੀ ਦੇ ਨਾਲ ਮੁਲਾਕਾਤ ਵੀ ਹੋਈ ਹੈ, ਮੀਟਿੰਗ ਵੀ ਹੋਈ ਹੈ, ਕਿ ਉਸ ਤੋਂ ਬਾਅਦ ਆਉਣ ਵਾਲੇ ਸਮੇਂ ਦੇ ਵਿੱਚ, ਕਿਉਂਕਿ ਹੁਣ ਇਹ ਜਿਵੇਂ ਤੁਸੀਂ ਵੀ ਕਲੀਅਰ ਕਰਨ ਦੀ ਕੋਸ਼ਿਸ਼ ਕੀਤੀ ਹੈ ਵੀ 2 IAS ਅਧਿਕਾਰੀ ਆਪਣੇ ਤੌਰ ਤੇ ਐਡਾ ਵੱਡਾ ਫੈਸਲਾ ਨਹੀਂ ਲੈ ਸਕਦੇ ਜਿਨ੍ਹਾਂ ਦੇ ਉੱਪਰ ਪੰਚਾਇਤਾਂ ਨੂੰ ਭੰਗ ਕਰਨ ਦੀ ਗਾਜ਼ ਡਿੱਗੀ ਹੈ। ਹੁਣ ਦੂਸਰੇ ਪਾਸੇ IAS ਅਧਿਕਾਰੀ ਨਿਰਾਸ਼ ਨੇ, ਰਾਜਨੀਤਿਕ ਲੋਕ ਵੀ ਰਾਏ ਦਿੰਦੇ ਨਜ਼ਰ ਆ ਰਹੇ ਨੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਹੁਣ ਪੰਜਾਬ ਸਰਕਾਰ ਜਿਹੜੀਆਂ ਵੀ ਯੋਜਨਾਵਾਂ ਲਾਗੂ ਕਰਨਾ ਚਾਹੁੰਦੀ ਹੈ ਜਾਂ ਚੱਲ ਰਹੀਆਂ ਨੇ ਕਿ ਉਹਨੂੰ ਸਹੀ ਤਰੀਕੇ ਦੇ ਨਾਲ ਲਾਗੂ ਕਰ ਪਾਏਗੀ? ਕਿ IAS ਅਧਿਕਾਰੀ ਜਾਂ ਫਿਰ ਕਹੀਏ ਸੀਨੀਅਰ ਅਧਿਕਾਰੀ ਅਗਲੇ ਸਮੇਂ ਦੇ ਵਿੱਚ ਸਰਕਾਰ ਦਾ ਪੂਰਨ ਤੌਰ ਤੇ ਸਾਥ ਦਿੰਦੇ ਨਜ਼ਰ ਆਉਣਗੇ, ਜਾਂ ਫਿਰ ਸਰਕਾਰ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਵੀ IAS ਅਧਿਕਾਰੀਆਂ ਦੇ ਵੱਲੋਂ ਕੰਮਾਂ ਦੇ ਮਾਮਲੇ ਦੇ ਵਿੱਚ, ਕੰਮਾਂ ਦੀ ਪ੍ਰਗਤੀ ਦੇ ਮਾਮਲੇ ਵਿੱਚ ਕੋਈ ਵੱਡਾ ਝਟਕਾ ਲੱਗ ਸਕਦਾ ਹੈ? ਮਾਨ ਸਾਹਿਬ, ਇਹ ਅਸੀਂ 2 IAS ਅਧਿਕਾਰੀਆਂ ਦੀ ਜਿਹੜੀ ਗੱਲ ਕਰ ਰਹੇ ਹਾਂ, ਅਗਰ ਇਸ ਤੋਂ ਪਹਿਲਾਂ ਥੋੜਾ ਜਿਹਾ ਸਮਾਂ ਪਿੱਛੇ ਚੱਲ ਜਾਈਏ ਤਾਂ ਇੱਕ ਅਜੋਏ ਕੁਮਾਰ ਸਿਨਹਾ ਜਿਹੜਾ ਸੀ ਸਿਹਤ ਵਿਭਾਗ ਦੇ ਜਿਹੜੇ ਸੈਕਟਰੀ ਸੀ, ਉਹਨਾਂ ਨੂੰ ਵੀ ਸਰਕਾਰ ਨੇ ਇਸ ਕਰਕੇ ਸਿਰਫ ਬਦਲ ਦਿੱਤਾ ਸੀ ਕਿ ਜਦੋਂ ਉਹਨਾਂ ਨੇ ਆਮ ਆਦਮੀ ਕਲੀਨਿਕ, ਮੁਹੱਲਾ ਕਲੀਨਿਕ ਜਦੋਂ ਖੋਲ੍ਹੇ ਤੇ ਉਹਨਾਂ ਨੇ ਇਸ਼ਤਿਹਾਰਬਾਜ਼ੀ ਵਾਸਤੇ ਡਿਪਾਰਟਮੈਂਟ ਕੋਲ ਜਦੋਂ ਪੈਸੇ ਮੰਗੇ ਸੀ ਤਾਂ ਉਹਨੇ ਉਹ ਜਿਹੜੇ IAS ਅਧਿਕਾਰੀ ਜਿਹੜੇ ਉਹ ਹੈਲਥ ਡਿਪਾਰਟਮੈਂਟ ਦੇ, ਉਹਨਾਂ ਨੇ ਸਾਫ਼ ਪੈਸਾ ਦੇਣ ਤੋਂ ਰਿਲੀਜ਼ ਕਰਨ ਤੋਂ ਨਾ ਕਰ ਦਿੱਤੀ, ਤੇ ਉਸ ਕਰਕੇ ਉਸ ਬੰਦੇ ਦੀ ਜਿਹੜੀ ਬਦਲੀ ਆ ਉਹ ਕਰ ਦਿੱਤੀ। ਹੁਣ ਸਰਕਾਰ ਜੇਕਰ ਅਜਿਹੇ ਕਰਮ ਕਰੇਗੀ, ਇਹ ਅਚਾਨਕ ਮੈਨੂੰ ਗੱਲ ਯਾਦ ਜਿਹੜੀ ਆਈ ਆ ਅਜੇ ਕੁਮਾਰ ਸਿਨਹਾ ਦੇ ਸੰਬੰਧ ਦੇ ਵਿੱਚ। ਹੁਣ ਇੱਕ IAS ਅਧਿਕਾਰੀ ਉਹ ਕਿ ਜਿਹੜਾ ਸਰਕਾਰ ਦੇ ਨਜਾਇਜ਼ ਖਰਚਿਆਂ ਦੇ ਉੱਤੇ ਕਿੰਤੂ ਪਰੰਤੂ ਕਰਦਾ, ਰਿਲੀਜ਼ ਗ੍ਰਾਂਟ ਨਹੀਂ ਕਰਦਾ, ਸਰਕਾਰ ਬਦਲ ਦਿੰਦੀ ਹੈ। ਦੂਜੇ ਪਾਸੇ ਹੁਣ ਇਹ ਅਧਿਕਾਰੀ ਜਿਹੜੇ 2 ਬਦਲੇ ਨੇ ਜਿਨ੍ਹਾਂ ਦਾ ਕੋਈ ਕਸੂਰ ਨਹੀਂ, ਹੁਣ ਇੱਕ CM
ਕਿਸੇ IAS ਅਧਿਕਾਰੀ ਨੂੰ ਕਹਿੰਦਾ ਕਿ ਇਹ ਨੋਟਿੰਗ ਫਾਈਲ ਤਿਆਰ ਕਰਕੇ ਮੇਰੇ ਕੋਲ ਲੈ ਕੇ ਆ, ਜਾਂ ਤਾਂ ਫਿਰ ਉਹ ਵਿਅਕਤੀ ਇੰਨਾ ਸ਼ਕਤੀਸ਼ਾਲੀ ਹੋਵੇ ਕਿ ਹਾਂ ਭਈ ਲੌਜਿਕ ਨਾਲ, ਤਰਕ ਦੇ ਨਾਲ ਮੁੱਖ ਮੰਤਰੀ ਨੂੰ ਸਮਝਾ ਸਕਦਾ ਹੋਵੇ। ਪਰ ਮੁੱਖ ਮੰਤਰੀ ਨੂੰ ਨਾਰਾਜ਼ ਕੌਣ ਬੰਦਾ ਕਰਦਾ? ਜਦੋਂ ਮੰਤਰੀ ਨੇ ਵੀ ਇਹ ਗੱਲ ਕਹੀ ਹੋਗੀ ਕਿ ਮੁੱਖ ਮੰਤਰੀ ਸਾਹਿਬ ਦੇ ਦਫ਼ਤਰ ਦੀ ਇੱਛਾ ਤੇ ਇਹ ਕੰਮ ਕਰਦਾ, ਉਹਨਾਂ ਨੇ ਫਾਈਲ ਜਿਹੜੀ ਤਿਆਰ ਕਰਕੇ ਭੇਜ ਦਿੱਤੀ। ਉਹਨਾਂ ਦਾ ਰੋਲ ਤਾਂ ਇੰਨਾ ਹੀ। ਪਰ ਜਦੋਂ ਵੇਖਿਆ ਕਿ ਹੁਣ ਨਜ਼ਲਾ ਡਿੱਗਣ ਲੱਗਾ, ਹੁਣ ਹਾਈ ਕੋਰਟ ਦੀ ਤਲਵਾਰ ਜਿਹੜੀ ਹੈ ਸਿਰ ਤੇ ਲਟਕੀ ਹੈ, ਤਾਂ ਫਿਰ ਉਹਨਾਂ ਦੀ ਜਿਹੜੀ ਬਰੀ ਲੈ ਲਈ। ਹੁਣ ਇਹ ਤਿੰਨ ਅਧਿਕਾਰੀਆਂ ਦੇ ਤੇ ਮਸਲੇ ਮਾਨ ਸਾਹਿਬ ਉਹ ਮਸਲੇ ਨੇ ਜਿਹੜੇ ਸਾਹਮਣੇ ਨੇ। ਇਸ ਤੋਂ ਪਿੱਛੇ ਪਰਦੇ ਦੇ ਪਿੱਛੇ ਕਿਹੋ ਜਿਹੀਆਂ ਕਾਰਵਾਈਆਂ ਅਫਸਰਸ਼ਾਹੀ ਨਾਲ ਮੌਜੂਦਾ ਸਰਕਾਰ ਕਰ ਰਹੀ ਹੈ, ਜਾਂ ਦੂਜੇ ਪਾਸੇ ਅਫਸਰਸ਼ਾਹੀ ਜਿਹੜੀ ਹੈ ਪੰਜਾਬ ਸਰਕਾਰ ਨੂੰ ਗੁੰਮਰਾਹ ਕਰਕੇ ਬਖੌਲ ਪੰਜਾਬ ਸਰਕਾਰ ਇਹੋ ਜਿਹੇ ਕੰਮ ਕਰ ਰਹੀ ਹੈ, ਇਹ ਤਾਂ ਸਰਕਾਰ ਹੀ ਜਾਣਦੀ ਹੈ ਜਾਂ ਅਫਸਰਸ਼ਾਹੀ ਜਾਣਦੀ ਜੀ ਪਰਦੇ ਦੇ ਪਿੱਛੇ ਕੀ ਹੋ ਰਿਹਾ। ਪਰ ਇਹਦੇ ਨਾਲ ਮਾਨ ਸਾਹਿਬ ਜਿਹੜਾ ਮਨੋਬਲ ਆ IAS ਅਧਿਕਾਰੀਆਂ ਦਾ ਜਾਂ ਅਫਸਰਸ਼ਾਹੀ ਦਾ, ਮੈਂ ਕਹਾਂ ਉਹ ਜ਼ਰੂਰ ਦੇਖਦਾ। ਡਿੱਗਣ ਦਾ ਕਾਰਨ ਇਹੋ ਹੀ ਆ ਕਿ ਜਦੋਂ ਅਸੀਂ ਤੁਹਾਡੇ ਕਹਿਣ ਤੇ ਤਾਂ ਕੰਮ ਅਸੀਂ ਕਰਦੇ, ਪਰ ਜਦੋਂ ਨਜ਼ਲਾ ਡਿੱਗਣਾ, ਜਦੋਂ ਸਾਨੂੰ ਲੋੜ ਆ, ਉਦੋਂ ਤੁਸੀਂ ਸਾਡੀ ਪਿੱਠ ਪਿੱਛੇ ਨਹੀਂ ਖਲੋਂਦੇ, ਤਾਂ ਫਿਰ ਕੁਦਰਤੀ ਤੌਰ ਤੇ ਸਰਕਾਰ ਦੀਆਂ ਕਈ ਅਜਿਹੀਆਂ ਪਾਲਿਸੀਆਂ, ਅਜਿਹੀਆਂ ਯੋਜਨਾਵਾਂ ਹੋਣਗੀਆਂ ਜਿਨ੍ਹਾਂ ਦੇ ਵਿੱਚ ਕਈ ਤਰ੍ਹਾਂ ਦੇ ਝੋਲ ਹੋਣਗੇ, ਕਈ ਤਰ੍ਹਾਂ ਦੇ ਲੂਪਹੋਲ ਹੋਣਗੇ। ਜੇ ਤਾਂ ਤੁਹਾਡੇ ਸੰਬੰਧ ਅਫਸਰਸ਼ਾਹੀ ਨਾਲ ਠੀਕ ਨੇ, ਫਿਰ ਤਾਂ ਉਹ ਕੰਮ ਕਰ ਦੇਣਗੇ। ਤੇ ਜੇਕਰ ਤੁਹਾਡੇ ਸੰਬੰਧ ਅਜਿਹੇ ਹੀ ਰਹਿਣੇ ਆ ਕਿ ਕੱਲ੍ਹ ਨੂੰ ਤੁਸੀਂ ਉਹਨਾਂ ਨੂੰ ਹੀ ਠੋਕਣਾ, ਫਿਰ ਅਜਿਹੀ ਉਹ ਜ਼ਿੰਮੇਵਾਰੀ ਕਿਉਂ ਲੈਣ ਕਿ ਅਜਿਹੇ ਕੰਮਾਂ ਤੇ ਖਤਰੇ ਉਹ ਕਿਉਂ ਛੱਡਣਗੇ ਜਿਨ੍ਹਾਂ ਦੇ ਵਿੱਚ ਉਹਨਾਂ ਦੇ ਮਗਰ ਕਿਸੇ ਨੇ ਤੁਰਦਾ ਹੀ ਨਹੀਂ। ਤਾਂ ਅਜਿਹੀ ਸਥਿਤੀ ਦੇ ਵਿੱਚ IAS ਲੌਬੀ ਦਾ ਇਸ ਤਰੀਕੇ ਨਾਲ ਨਾਰਾਜ਼ ਹੋਣਾ ਸਰਕਾਰ ਨੂੰ ਭਵਿੱਖ ਦੇ ਵਿੱਚ ਮਹਿੰਗਾ ਪੈ ਸਕਦਾ। ਸਰਕਾਰ ਦੀਆਂ ਯੋਜਨਾਵਾਂ ਬੜੀਆਂ ਖਟਾਈ 'ਚ ਪੈ ਸਕਦੀਆਂ ਨੇ। ਮੈਂ ਕੱਲ ਦੇ ਪ੍ਰੋਗਰਾਮ 'ਚ ਵੀ ਗੱਲ ਕੀਤੀ ਸੀ ਕਿ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ 2.5 ਸਾਲ ਤੱਕ ਇਸ ਅਫਸਰਸ਼ਾਹੀ ਨੇ ਕੈਪਟਨ ਅਮਰਿੰਦਰ ਸਿੰਘ ਦੀ ਪੇਚ ਜਿਹੜੀ ਸੀ ਉਹ ਨਹੀਂ ਸੀ ਜਾਣ ਦਿੱਤੀ। ਬਾਅਦ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਸ਼ਕਤੀਸ਼ਾਲੀ ਹੋ ਗਏ ਕਿ ਐਡਮਿਨਿਸਟ੍ਰੇਟਰ ਕੰਬਦੇ ਸਨ ਉਹਨਾਂ ਕੋਲ, ਜਿੰਨੇ ਵੀ IAS ਅਧਿਕਾਰੀ ਕੰਬਦੇ ਸੀ ਕੈਪਟਨ ਅਮਰਿੰਦਰ ਤੋਂ। ਹੁਣ ਜਾਂ ਫਿਰ ਉਹੋ ਜਿਹੀ ਸਥਿਤੀ ਬਣਾਓ, ਪਰ ਉਸ ਵਾਸਤੇ ਤੁਹਾਨੂੰ ਇੱਕ ਐਕਸਪੀਰੀਅੰਸ ਦੀ ਲੋੜ ਆ, ਇੱਕ ਅਨੁਭਵ ਦੀ ਜ਼ਰੂਰਤ ਆ, ਜਦੋਂ ਕਿ ਦੂਜੇ ਪਾਸੇ ਉਹ ਦਿਖਾਈ ਨਹੀਂ ਦਿੰਦਾ। ਹਾਲਾਂਕਿ ਅਰਵਿੰਦ ਕੇਜਰੀਵਾਲ ਜਿਹੜੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਨੇ, ਉਹ ਇਹ ਸਾਬਤ ਕਰਨ 'ਚ ਲੱਗੇ ਨੇ ਕਿ ਦੇਸ਼ ਦੇ ਵਿੱਚ ਸ਼ਾਇਦ ਉਹਨਾਂ ਤੋਂ ਵੱਡਾ ਕੋਈ ਸਿਆਣਾ ਬੰਦਾ ਹੀ ਕੋਈ ਨਹੀਂ ਐਕਸਪੀਰੀਅੰਸ ਦੇ ਮਸਲੇ 'ਚ, ਕਿਉਂਕਿ ਉਹ ਸਾਬਕਾ IRS ਅਧਿਕਾਰੀ ਆ, ਤਾਂ ਇਹੋ ਜਿਹੇ ਮੁੱਦੇ ਉਹਨਾਂ ਨੂੰ ਸਾਰੇ ਜਾਣਦੇ ਨੇ। ਤੇ ਜੇਕਰ ਉਹ ਸਭ ਕੁਝ ਜਾਣਦੇ ਨੇ, ਤਾਂ ਫਿਰ ਪੰਜਾਬ ਦੇ ਵਿੱਚ ਜੋ ਕੁਝ ਹੋ ਰਿਹਾ ਜਾਂ ਅਫਸਰਸ਼ਾਹੀ ਉਹਨਾਂ ਨੂੰ ਇਸ ਤਰੀਕੇ ਨਾਲ ਚਲਾ ਰਹੀ ਆ, ਤਾਂ ਫਿਰ ਇਹ ਸਰਕਾਰ ਦੀ ਇੱਥੇ ਵੀ ਨਲਾਇਕੀ ਹੈ ਕਿ ਸਰਕਾਰ IAS ਅਫਸਰਾਂ ਨੂੰ ਠੀਕ ਤਰੀਕੇ ਨਾਲ ਨੱਥ ਹੀ ਨਹੀਂ ਪਾ ਸਕੀ, ਤੇ ਅਫਸਰ ਮਨਮਾਨੀਆਂ ਕਰ ਰਹੇ ਆ, ਜੋ ਕੁਝ ਬਖੌਲ ਸਰਕਾਰ ਦੇ ਹੁਣ ਦਰਸਾਉਣ ਦਾ ਜਿਹੜਾ ਯਤਨ ਕੀਤਾ। ਸੋ ਕਹਿਣ ਦਾ ਅਰਥ ਹੈ ਮਾਨ ਸਾਹਿਬ, ਇਹ ਸਾਰੇ ਸੰਦਰਭ 'ਚ ਸਰਕਾਰ ਆਪਣੀ ਜ਼ਿੰਮੇਵਾਰੀ ਤੋਂ ਕਿਸੇ ਵੀ ਸੂਰਤ ਵਿੱਚ ਭੱਜ ਨਹੀਂ ਸਕਦੀ। ਪੰਜਾਬ ਦੇ ਭਲੇ ਵਾਸਤੇ, ਸਰਕਾਰੀ ਯੋਜਨਾਵਾਂ ਵਾਸਤੇ ਜ਼ਰੂਰੀ ਆ ਕਿ ਅਫਸਰਸ਼ਾਹੀ ਤੇ ਸਰਕਾਰ ਦੇ ਵਿੱਚ ਇੱਕ ਵਧੀਆ ਜਿਹੜਾ ਮੇਲ ਹੋਵੇ, ਉਹਨਾਂ ਦਾ ਆਪਸੀ ਅੰਡਰਸਟੈਂਡਿੰਗ ਹੋਣੀ ਚਾਹੀਦੀ ਆ। ਨਹੀਂ ਤਾਂ ਅਜਿਹੇ ਫੈਸਲੇ ਜਿਹੜੇ ਨੇ ਸਰਕਾਰ ਨੂੰ ਬੈਕਫੁੱਟ ਤੇ ਖੜਦੇ ਨੇ ਤੇ ਸਰਕਾਰ ਦੀ ਕਿਰਕੀ ਦਾ ਸਬਬ ਕਰਦੇ। ਜੀ ਬਿਲਕੁਲ ਸਰ, ਬਿਲਕੁਲ ਤਾਲਮੇਲ ਜ਼ਰੂਰੀ ਹੈ, ਕਿਉਂਕਿ ਸਰਕਾਰ ਅਤੇ ਪ੍ਰਸ਼ਾਸਨਿਕ ਸੀਨੀਅਰ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਵਿੱਚ ਤਾਲਮੇਲ ਜ਼ਰੂਰੀ ਹੈ, ਕਿਉਂਕਿ ਦੋਹਾਂ ਦੇ ਸਹਿਯੋਗ ਦੇ ਨਾਲ ਹੀ ਲੋਕਾਂ ਤੱਕ ਸਾਰੀਆਂ ਸਹੂਲਤਾਂ ਪਹੁੰਚਾਈਆਂ ਜਾ ਸਕਦੀਆਂ ਜਾਂ ਫਿਰ ਯੋਜਨਾਵਾਂ ਸਿਰੇ ਚੜ੍ਹ ਸਕਦੀਆਂ ਨੇ। ਲੇਕਿਨ ਜਿਸ ਤਰੀਕੇ ਨਾਲ ਕੱਲ੍ਹ ਸਾਰੇ ਮਾਮਲੇ ਦੇ ਵਿੱਚ, ਪੰਚਾਇਤੀ ਭੰਗ ਮਾਮਲੇ ਦੇ ਵਿੱਚ 2 ਅਫਸਰਾਂ ਨੂੰ ਹੀ ਬਲੀ ਦਾ ਬੱਕਰਾ ਬਣਾਇਆ ਗਿਆ, ਉਸ ਤੋਂ ਬਾਅਦ ਸਰਕਾਰ ਅਤੇ IAS ਅਧਿਕਾਰੀਆਂ ਦੇ ਖੇਮੇ ਦੇ ਵਿੱਚ ਕਿਤੇ ਨਾ ਕਿਤੇ ਹੁਣ ਮਨਮੁਟਾਵ ਸਾਹਮਣੇ ਆਇਆ, ਜਿਸ ਤੋਂ ਬਾਅਦ ਹੁਣ ਚੀਫ ਸੈਕਟਰੀ ਸਾਹਿਬ ਨਾਲ ਮੁਲਾਕਾਤ ਵੀ ਕੀਤੀ ਗਈ ਹੈ। ਪਰ ਆਉਣ ਵਾਲੇ ਸਮੇਂ 'ਚ ਆਪਾਂ ਵੀ ਇਹੀ ਚਾਹਾਂਗੇ ਕਿ ਇਹ 2 ਧਿਰਾਂ ਸਹੀ ਤੇ ਇਕਸਾਰ ਇੱਕ ਪਾਸੇ ਚੱਲਣ, ਤਾਂ ਜੋ ਪੰਜਾਬ ਦਾ ਭਲਾ ਹੋ ਸਕੇ, ਯੋਜਨਾਵਾਂ ਸਹੀ ਤਰੀਕੇ ਨਾਲ ਲਾਗੂ ਹੋ ਸਕਣ। ਤੇ ਉਧਰ ਇੱਕ ਫੈਸਲਾ ਕੇਂਦਰ ਸਰਕਾਰ ਦਾ, ਜਿਸ ਤੋਂ ਬਾਅਦ ਪੰਜਾਬ ਦੀ ਸਿਆਸਤ ਗਰਮ ਆ ਗਈ ਹੈ, ਭੜਥੂ ਪੈਂਦਾ ਹੋਇਆ ਨਜ਼ਰ ਆ ਰਿਹਾ। ਪੰਜਾਬ ਦੇ ਵਿੱਚ ਵਿਰੋਧੀ ਅਤੇ ਸਰਕਾਰ ਆਮੋ ਸਾਹਮਣੇ ਆਉਂਦੀ ਹੋਈ ਨਜ਼ਰ ਆ ਰਹੀ ਹੈ। ਗੱਲ ਕਰ ਰਹੇ ਹਾਂ ਇੱਕ ਦੇਸ਼ ਇੱਕ ਚੋਣ, ਕਿਉਂਕਿ ਪਿਛਲੇ ਲੰਮੇ ਸਮੇਂ ਤੋਂ ਇਸ ਸੰਬੰਧ ਵਿੱਚ ਚਰਚਾ ਜਾਰੀ ਸੀ, ਲੇਕਿਨ ਹੁਣ ਚਰਚਾਵਾਂ ਇਹ ਨੇ ਕਿ ਇਸ ਸੰਬੰਧ ਦੇ ਵਿੱਚ ਇੱਕ ਉੱਚ ਪੱਧਰੀ ਕਮੇਟੀ ਗਠਿਤ ਕਰ ਦਿੱਤੀ ਗਈ ਹੈ। ਭਾਵੇਂ ਕਿ ਜੇ ਅਧਿਕਾਰਿਕ ਤੌਰ ਤੇ ਪੁਸ਼ਟੀ ਤਾਂ ਨਹੀਂ ਹੋਈ, ਲੇਕਿਨ ਚਰਚਾਵਾਂ ਇਹ ਨੇ ਜੇਕਰ ਸੱਚਮੁੱਚ ਸਰਕਾਰ, ਕੇਂਦਰ ਸਰਕਾਰ ਇਸ ਪਾਸੇ ਜਾ ਰਹੀ ਹੈ, ਤਾਂ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਜਾਂ ਦੇਸ਼ ਦੇ ਵਿੱਚ ਕਿਸ ਤਰ੍ਹਾਂ ਦੇ ਹਾਲਾਤ ਬਣਨਗੇ, ਤੇ ਖਾਸ ਤੌਰ ਜਿਵੇਂ ਦਾ ਟਕਰਾਅ ਪੰਜਾਬ ਦੇ ਵਿੱਚ ਸ਼ੁਰੂ ਹੋ ਚੁੱਕਿਆ ਹੈ, ਕਿਵੇਂ ਦੇਖ ਰਹੇ ਹੋ ਸਰਕਾਰ ਦੇ ਇਸ ਫੈਸਲੇ ਨੂੰ, ਤੇ ਕੀ ਸੱਚਮੁੱਚ ਇਹ ਫੈਸਲਾ ਦੇਸ਼ ਦੇ ਹਿੱਤ ਵਿੱਚ ਹੈ? ਲੇਕਿਨ ਜਿਸ ਤਰੀਕੇ ਨਾਲ ਆਮ ਆਦਮੀ ਪਾਰਟੀ ਇਹ ਕਹਿੰਦੀ ਨਜ਼ਰ ਆ ਰਹੀ ਹੈ ਕਿ ਇਸ ਦੇ ਨਾਲ ਦੇਸ਼ ਦਾ ਕੋਈ ਭਲਾ ਹੋਣ ਵਾਲਾ ਨਹੀਂ, ਕਿਵੇਂ ਦੇਖ ਰਹੇ ਹੋ ਇਸ ਪੂਰੇ ਮਾਮਲੇ ਨੂੰ? ਕਿ ਆਮ ਆਦਮੀ ਪਾਰਟੀ ਸਹੀ ਹੈ ਜਾਂ ਫਿਰ ਕੇਂਦਰ ਸਰਕਾਰ ਦਾ ਫੈਸਲਾ ਸਹੀ ਲੱਗ ਰਿਹਾ? ਮਾਨ ਸਾਹਿਬ, ਜੇਕਰ ਅਸੀਂ ਆਮ ਆਦਮੀ ਪਾਰਟੀ ਦੀ ਗੱਲ ਨਾ ਵੀ ਕਰੀਏ, ਅਸੀਂ ਜਨਰਲ ਗੱਲ ਕਰੀਏ, ਵਿਰੋਧੀ ਧਿਰ ਦੀ ਗੱਲ ਕਰੀਏ, ਤਾਂ ਉਹ ਜ਼ਿਆਦਾ ਬੈਟਰ ਹੋਵੇਗਾ। ਹੁਣ ਕੇਂਦਰ ਸਰਕਾਰ ਦਾ ਇਹ ਬੜਾ ਲੰਮਾ ਆਪਣੇ ਮਾਨ ਸਾਹਿਬ ਇਹ ਸੁਪਨਾ ਆ ਕਿ ਇੱਕ ਦੇਸ਼ ਇੱਕ ਚੋਣ ਜਿਹੜੀ ਆ ਉਹ ਹੋਣੀ ਚਾਹੀਦੀ ਆ। ਭਾਵ ਇੱਕੋ ਸਮੇਂ ਦੇਸ਼ ਦੇ ਵਿੱਚ ਚੋਣਾਂ ਜਿਹੜੀਆਂ ਹੋਣੀਆਂ ਚਾਹੀਦੀਆਂ ਰਾਜਾਂ ਦੀਆਂ ਵੀ ਤੇ ਲੋਕ ਸਭਾ ਦੀਆਂ।
ਇਸ ਮੁੱਦੇ ਨੂੰ ਲੈ ਕੇ ਬੀਤੇ ਸਮੇਂ ਦੇ ਵਿੱਚ ਵੀ ਬੜਾ ਰੌਲਾ ਪੈਂਦਾ ਰਿਹਾ। ਤਾਂ ਹੁਣ ਤਾਂ ਸਰਕਾਰ ਨੇ ਬਕਾਇਦਾ ਤੌਰ ਤੇ ਇਸ ਮੁੱਦੇ ਤੇ ਆਪਣਾ ਸਟੈਂਡ ਜਿਹੜਾ ਉਹ ਸਪਸ਼ਟ ਕਰ ਦਿੱਤਾ। 18 ਸਤੰਬਰ ਤੋਂ ਲੈ ਕੇ 22 ਸਤੰਬਰ ਤੱਕ ਇਹਦੇ ਸੰਬੰਧੀ ਬਿੱਲ ਜਿਹੜਾ ਲਿਆਂਦਾ ਜਾ ਸਕਦਾ। ਔਰ ਜਿਸ ਤਰੀਕੇ ਨਾਲ ਰਾਮਨਾਥ ਸਾਬਕਾ ਜਿਹੜੇ ਰਾਸ਼ਟਰਪਤੀ ਨੇ ਉਹ ਰਾਮਨਾਥ ਕੋਵਿੰਦ ਉਹਨਾਂ ਦੀ ਅਗਵਾਈ 'ਚ ਇੱਕ ਕਮੇਟੀ ਵੀ ਜਿਹੜੀ ਗਠਿਤ ਕਰ ਦਿੱਤੀ ਗਈ ਹੈ, ਤਾਂ ਉਹ ਇਹਦੇ ਸੰਬੰਧੀ ਜਿਹੜੀ ਆਪਣੀ ਗੱਲ ਕਰੇਗੀ। ਹੁਣ ਦੂਜੇ ਪਾਸੇ ਵਿਰੋਧੀ ਧਿਰ ਇਸ ਮੁੱਦੇ ਨੂੰ ਲੈ ਕੇ ਬੜੀ ਉਹ ਅਸੀਂ ਕਹਿ ਸਕਦੇ ਕਿ ਉਹ ਹਮਲਾਵਰ ਰੁਖ ਹੈ, ਕਿਉਂਕਿ ਇਹਦੇ ਨਾਲ ਘੱਟ ਤੋਂ ਘੱਟ ਪਹਿਲਾਂ ਤਾਂ 5 ਜਿਹੜੀਆਂ ਸੰਵਿਧਾਨਕ ਸੋਧਾਂ ਜਿਹੜੀਆਂ ਉਹ ਕਰਨੀਆਂ ਪੈਣਗੀਆਂ। ਆਰਟੀਕਲ ਜਿਹੜੇ 83 ਆ, ਫਿਰ 85 ਆ, ਇਸੇ ਤਰੀਕੇ ਨਾਲ 5 ਜਿਹੜੀਆਂ ਧਾਰਾ 356 ਵੀ ਇਹਦੇ ਵਿੱਚ ਆਉਂਦੀ ਹੈ, 173 ਵੀ ਆਉਂਦੀ, 175 ਵੀ ਜਿਹੜੀਆਂ ਨੇ, ਇਹ 5 ਸੋਧਾਂ ਜਿਹੜੀਆਂ ਕਰਨੀਆਂ ਪੈਂਦੀਆਂ ਨੇ। ਤਾਂ ਇਸ ਦੇ ਨਾਲ ਜਿਸ ਤਰੀਕੇ ਨਾਲ ਹੁਣ ਆਪਣੇ ਕੇਂਦਰ ਸਰਕਾਰ ਦਾ ਇਹ ਤਰਕ ਆ ਕਿ ਇਹਦੇ ਨਾਲ ਕਰਾਉਣ ਦੇ ਨਾਲ ਜਿਹੜਾ ਹੈ ਦੇਸ਼ ਦੇ ਵਿੱਚ ਜਿਹੜਾ ਬਾਰ-ਬਾਰ ਜਿਹੜਾ ਵੋਟਾਂ ਕਦੀ ਕਿਸੇ ਰਾਜ 'ਚ ਪੈਂਦੀਆਂ, ਕਦੇ ਕਿਸੇ ਰਾਜ 'ਚ ਪੈਂਦੀਆਂ, ਤਾਂ ਵਿਕਾਸ ਦੇ ਕੰਮਾਂ ਆਦਰਸ਼ ਚੋਣ ਜ਼ਾਬਤਾ ਲਾਗੂ ਹੋ ਜਾਂਦਾ, ਜਿਸ ਦੇ ਕਰਕੇ ਵਿਕਾਸ ਦੇ ਕੰਮ ਰੁਕ ਜਾਂਦੇ ਆ। ਉਹਨਾਂ ਕੰਮਾਂ ਦੇ ਵਿੱਚ ਕਿਸੇ ਕਿਸਮ ਦੀ ਰੁਕਾਵਟ ਜਿਹੜੀ ਆ ਉਹ ਨਹੀਂ ਆਵੇਗੀ। ਸਰਕਾਰ ਦਾ ਆਪਣਾ ਤਰਕ ਹੈਗਾ। ਦੂਜੇ ਪਾਸੇ ਵਿਰੋਧੀ ਧਿਰਾਂ ਇਸ ਗੱਲ ਨੂੰ ਲੈ ਕੇ ਗੱਲ ਨੇ ਕਿ ਜੇਕਰ ਅਜਿਹੇ ਸੂਰਤ ਹੁੰਦੀ ਆ ਤਾਂ ਇਹਦੇ ਨਾਲ ਫਿਰ ਖੇਤਰੀ ਪਾਰਟੀਆਂ ਦੀ ਹੋਂਦ ਜਿਹੜੀ ਆ ਉਹ ਖਤਰੇ 'ਚ ਪੈ ਜਾਂਦੀ ਹੈ। ਖਤਰੇ 'ਚ ਤਾਂ ਕਰਕੇ ਕਿਉਂਕਿ ਦੋ ਪ੍ਰਮੁੱਖ ਪਾਰਟੀਆਂ ਆਪਸ 'ਚ ਲੜਾਈ ਲੜਨੀਆਂ, ਵੱਖ-ਵੱਖ ਰਾਜਾਂ ਦੇ ਵਿੱਚ ਜਿਹੜੀਆਂ ਸਥਿਤੀਆਂ ਨੇ ਕੁਝ ਹੋਰ ਤਰੀਕੇ ਦੀਆਂ ਹੋਣਗੀਆਂ। ਤਾਂ ਸਰਕਾਰ ਜਿਹੜੀ ਆ ਜਿੱਥੇ ਹੁਣ ਸਰਕਾਰਾਂ ਬਣੀਆਂ ਨੇ, ਸਰਕਾਰ ਜੇਕਰ ਇੱਕ ਨੇਸ਼ਨ ਇੱਕ ਇਲੈਕਸ਼ਨ ਹੁੰਦਾ ਤਾਂ ਫਿਰ ਰਾਸ਼ਟਰਪਤੀ ਰਾਜ ਦੇਸ਼ ਦੇ ਬੜਿਆਂ ਸੂਬਿਆਂ 'ਚ ਲਾਉਣਾ ਪਏਗਾ, ਮੁੜ ਕੇ ਸਰਕਾਰਾਂ ਦੁਬਾਰਾ ਕਰਨਾ ਪਏਗਾ। ਔਰ ਨਾਲ ਹੀ ਨਾਲ ਉਹਨਾਂ ਨੇ ਦੱਸਿਆ ਕਿ ਜਿਸ ਤਰੀਕੇ ਨਾਲ ਖਰਚੇ ਵੀ ਵੱਧ ਸਕਦੇ ਆ ਸਮੁੱਚੇ ਦੇਸ਼ 'ਚ ਜਦੋਂ ਚੋਣਾਂ ਹੋਣਗੀਆਂ ਤਾਂ ਬੜਾ ਕੁਝ ਅਜਿਹਾ ਹੋਏਗਾ ਕਿ ਜਿਹੜਾ ਇੱਕਦਮ ਹੀ ਸਰਕਾਰ ਨੂੰ ਕਰਨਾ ਪਏਗਾ। ਵਿਰੋਧੀ ਤਰ੍ਹਾਂ ਦਾ ਇਹ ਤਰਕ ਹੈਗਾ। ਹੁਣ ਇਹਦੇ ਵਿੱਚ ਬੈਨੀਫਿਟ ਕੀ ਹੈ ਜਾਂ ਬੈਨੀਫਿਟ ਕੀ ਨਹੀਂ, ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ। ਪਰ ਪੰਜਾਬ ਦੇ ਵਿੱਚ ਜਿਸ ਤਰੀਕੇ ਨਾਲ ਇਸ ਮੁੱਦੇ ਤੇ ਸਿਆਸਤ ਜਿਹੜੀ ਗਰਮਾਈ ਹੈ, ਖਾਸ ਤੌਰ ਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਹੋਣਾ ਨੇ ਇਸ ਗੱਲ ਦੀ ਜਿਹੜੀ ਹਮਾਇਤ ਕੀਤੀ ਹੈ, ਤਾਂ ਇਹ ਉਹਨਾਂ ਦੀ ਹਮਾਇਤ ਕਰਨ ਤੋਂ ਨਾਲ ਹੀ ਦੂਜੇ ਪਾਸੇ ਵਿਰੋਧੀ ਧਿਰਾਂ ਜਿਹੜੀਆਂ ਉਹਨਾਂ ਨੂੰ ਟਾਰਗੇਟ ਤੇ ਲਿਆ, ਕਿਉਂਕਿ ਅਕਾਲੀ ਦਲ ਹਮੇਸ਼ਾ ਸੂਬਿਆਂ ਨੂੰ ਵੱਧ ਅਧਿਕਾਰਾਂ ਦੀ ਗੱਲ ਕਰਦਾ ਰਿਹਾ। ਚਾਹੇ ਉਹ ਅਨੰਦਪੁਰ ਸਾਹਿਬ ਦਾ ਮਤਾ ਸੀ, ਚਾਹੇ ਕੋਈ ਵੀ ਸੀ, ਉਹਦੇ ਵਿੱਚ ਵੱਧ ਸੂਬਿਆਂ ਨੂੰ ਵੱਧ ਅਧਿਕਾਰਾਂ ਦੀ ਗੱਲ ਕਰ ਰਿਹਾ। ਤੇ ਜੇਕਰ ਹੁਣ ਕੇਂਦਰ ਸਰਕਾਰ ਸੂਬਿਆਂ ਦੇ ਵੱਧ ਅਧਿਕਾਰ ਦੇਣ ਦੀ ਬਜਾਏ ਉਹਨਾਂ ਦੇ ਇਹ ਵੀ ਅਧਿਕਾਰ ਖੋਹ ਰਹੀ ਆ, ਤੇ ਸੁਖਬੀਰ ਸਿੰਘ ਬਾਦਲ ਇਸ ਮੁੱਦੇ ਤੇ ਭਾਰਤੀ ਜਨਤਾ ਪਾਰਟੀ ਦੀ ਹਮਾਇਤ ਕਰਦੇ ਨਜ਼ਰ ਆਉਂਦੇ ਆ, ਤਾਂ ਫਿਰ ਕੁਦਰਤੀ ਤੌਰ ਤੇ ਇਹ ਆ ਕਿ ਸ਼ਾਇਦ ਹੁਣ ਸ਼੍ਰੋਮਣੀ ਅਕਾਲੀ ਦਲ ਆਪਣੀ ਖੁੱਸੀ ਹੋਈ ਸਿਆਸਤ ਨੂੰ ਬਚਾਉਣ ਕਰਕੇ ਹੀ ਇਸ ਪਾਸੇ ਹੋ ਤੁਰਿਆ ਕਿ ਜਿਸ ਤਰੀਕੇ ਨਾਲ ਅਸੀਂ ਵਿਰੋਧ ਕੇਂਦਰ ਸਰਕਾਰ ਰਾਜ ਸਰਕਾਰ ਦਾ ਕਰਦਾ ਭਾਵੇਂ ਉਹ ਪਾਲਿਸੀ ਦੇਸ਼ ਦੇ ਹਿੱਤ ਵਿੱਚ ਹੋਵੇ, ਭਾਵੇਂ ਪਾਰਟੀ ਖੇਤਰੀ ਪਾਰਟੀਆਂ ਦੇ ਖਿਲਾਫ ਹੋਵੇ, ਅਸੀਂ ਹਮਾਇਤ ਕਰਨੀ ਹੈ। ਸੁਖਬੀਰ ਸਿੰਘ ਬਾਦਲ ਦਾ ਇਸ ਸੰਦਰਭ 'ਚ ਇਹ ਬਿਆਨ ਵੇਖਿਆ ਜਾ ਸਕਦਾ। ਪਰ ਮਾਨ ਸਾਹਿਬ ਜੋ ਵੀ ਅਜਿਹੀ ਸਥਿਤੀ ਜੇਕਰ ਦੇਸ਼ 'ਚ ਪੈਦਾ ਹੁੰਦੀ ਆ ਤਾਂ ਹਾਲਾਂਕਿ ਦੇਸ਼ ਦੇ ਵਿੱਚ 1967 ਤੱਕ ਅਜਿਹਾ ਕਰਮ ਚੱਲਦਾ ਰਿਹਾ, ਪਰ ਇਹ ਮੁਸ਼ਕਲ ਹੈ ਮਾਨ ਸਾਹਿਬ। ਮੁਸ਼ਕਲ ਤਾਂ ਕਰਕੇ ਕਿਉਂਕਿ ਬੜਿਆਂ ਰਾਜਾਂ ਦੇ ਵਿੱਚ ਆਪੋ ਆਪਣੀਆਂ ਜਿਹੜੀਆਂ ਸਮੱਸਿਆਵਾਂ ਨੇ। ਠੀਕ ਹੈ, ਜੇਕਰ ਭਾਰਤੀ ਜਨਤਾ ਪਾਰਟੀ ਇਹ ਬਿੱਲ ਪਾਸ ਕਰਾ ਵੀ ਲੈਂਦੀ, ਉਹਨੂੰ ਕਰਾ ਵੀ ਸਕਦੀ, ਕਿਉਂਕਿ ਜਿਸ ਤਰੀਕੇ ਨਾਲ ਉਦੋਂ ਬਹੁਮਤ ਹੈਗਾ ਰਾਜ ਸਭਾ 'ਚ, ਤੇ ਚਲੋ ਸਥਿਤੀ ਅਲੱਗ ਆ। ਪਰ ਦੂਜੇ ਪਾਸੇ ਜਿਸ ਤਰੀਕੇ ਨਾਲ ਉਹਨਾਂ ਕੋਲ ਲੋਕ ਸਭਾ 'ਚ ਇਹ ਬਹੁ ਬਿੱਲ ਪਾਸ ਕਰਾਉਣ ਦੀ ਸਮਰੱਥਾ ਹੈਗੀ ਆ, ਪਰ ਇਸ ਦੇ ਦੂਰਗਾਮੀ ਪ੍ਰਭਾਵ ਜਿਹੜੇ ਦੇਸ਼ ਦੀ ਸਿਆਸਤ ਦੇ ਉੱਤੇ ਜ਼ਰੂਰ ਪੈਣਗੇ, ਕਿਉਂਕਿ ਵਿਰੋਧੀ ਧਿਰ ਇਸ ਮੁੱਦੇ ਤੇ ਸਰਕਾਰ ਦੇ ਨਾਲ ਖਲੋਤੀ ਜਿਹੜੀ ਆ ਉਹ ਨਜ਼ਰ ਨਹੀਂ ਆਉਂਦੀ। ਸਰਕਾਰ ਦੇ ਉਹਨਾਂ ਦੇ ਆਪਣੇ ਜਿਹੜੇ ਤਰਕ ਨੇ। ਪਰ ਇਸ ਸਭ ਕਾਸੇ ਦੇ ਨਾਲ ਅਸੀਂ ਇੰਨੀ ਗੱਲ ਜ਼ਰੂਰ ਕਹਿ ਸਕਦੇ ਕਿ ਦੇਸ਼ ਦੀ ਜਿਹੜੀ ਸਿਆਸਤ ਆ ਉਹ ਜ਼ਰੂਰ ਪ੍ਰਭਾਵਿਤ ਹੋਏਗੀ, ਖਾਸ ਤੌਰ ਤੇ ਜਿਸ ਤਰੀਕੇ ਨਾਲ ਐਨਡੀਏ ਇਸ ਮੁੱਦੇ ਨੂੰ ਲੈ ਕੇ ਚੱਲ ਰਿਹਾ। ਔਰ ਐਨਡੀਏ ਦਾ ਮੁੱਦਾ ਇਹੋ ਹੀ ਹੈ ਕਿ ਜਿਸ ਤਰੀਕੇ ਨਾਲ ਕਾਂਗਰਸ ਖਤਮ ਕਰੋ, ਸਾਰੇ ਦੇਸ਼ ਬੀਜੇਪੀ ਦਾ ਰਾਜ ਹੋਵੇ। ਹੋ ਸਕਦਾ ਕਿ ਸਰਕਾਰ ਦੇ ਪਿੱਛੇ ਇਹਦੀ ਮਨਸ਼ਾ ਕੁਝ ਹੋਰ ਹੋਵੇ, ਪਰ ਜਿਹੜੀਆਂ ਸਥਿਤੀਆਂ ਦਿਖਾਈ ਦੇ ਰਹੀਆਂ ਨੇ ਉਹਨਾਂ ਨਾਲ ਦੇਸ਼ ਦੇ ਦੂਰਗਾਮੀ ਪ੍ਰਭਾਵ ਜਿਹੜੇ ਨੇ ਦੇਸ਼ ਦੀ ਸਿਆਸਤ ਦੇ ਇਹਦੇ ਉੱਤੇ ਜ਼ਰੂਰ ਪੈਂਦੇ ਜਿਹੜੇ ਦਿਖਾਈ ਦੇਣਗੇ, ਚਾਹੇ ਉਹ ਨਕਾਰਾਤਮਕ ਹੋਣ ਤੇ ਚਾਹੇ ਉਹ ਸਕਾਰਾਤਮਕ ਹੋਣ। ਜੀ ਬਿਲਕੁਲ ਇਸ ਫੈਸਲੇ ਦੇ ਨਾਲ ਜਿਸ ਤਰੀਕੇ ਤੁਸੀਂ ਪੂਰੇ ਦੇਸ਼ ਦੀ ਸਥਿਤੀ ਕਲੀਅਰ ਕਰਨ ਦੀ ਕੋਸ਼ਿਸ਼ ਕੀਤੀ, ਲੇਕਿਨ ਉੱਥੇ ਪੰਜਾਬ ਦੇ ਵਿੱਚ ਸਥਿਤੀ ਕੁਝ ਹੋਰ ਬਣਦੀ ਨਜ਼ਰ ਆ ਰਹੀ, ਕਿਉਂਕਿ ਮੌਜੂਦਾ ਸਰਕਾਰ ਅਤੇ ਅਕਾਲੀ ਦਲ ਦੇ ਵਿੱਚ ਟਕਰਾਅ ਵੱਧਦਾ ਹੋਇਆ ਨਜ਼ਰ ਆ ਇਸ ਮਾਮਲੇ ਨੂੰ ਲੈ ਕੇ, ਕਿਉਂਕਿ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਵੀ ਇਸ ਮਾਮਲੇ ਦੇ ਵਿੱਚ ਆਪਣੇ ਪੱਤੇ ਪੂਰੀ ਤਰੀਕੇ ਨਾਲ ਖੋਲ੍ਹ ਦਿੱਤੇ ਗਏ ਨੇ। ਸੋ ਕਿਵੇਂ ਸਥਿਤੀ ਬਣੇਗੀ ਹੁਣ ਆਉਣ ਵਾਲੇ ਸਮੇਂ ਦੇ ਵਿੱਚ, ਜਾਂ ਫਿਰ ਕਿ ਇਹ ਸਪੈਸ਼ਲ ਇਜਲਾਸ ਤੋਂ ਬਾਅਦ ਸਭ ਕੁਝ ਕਲੀਅਰ ਹੁੰਦਾ ਨਜ਼ਰ ਆਏਗਾ। ਅਣਖੀ ਜੀ, ਤੁਸੀਂ ਗੱਲਬਾਤ ਕਰਨੀ ਸਾਡੇ ਨਾਲ ਜੁੜੇ, ਉਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਸ਼ੁਕਰੀਆ ਮਾਨ ਸਾਹਿਬ। ਸੋ ਇਹ ਸਨ ਪ੍ਰੋਫੈਸਰ ਮਨਜੀਤ ਸਿੰਘ ਅਣਖੀ ਜੀ, ਜਿਨ੍ਹਾਂ ਵੱਲੋਂ ਅੱਜ ਦੀਆਂ ਇਹਨਾਂ ਅਹਿਮ ਖਬਰਾਂ ਦੇ ਉੱਪਰ ਵਿਸਥਾਰ ਦੇ ਨਾਲ ਚਰਚਾ ਕੀਤੀ ਗਈ। ਚਰਚਾ ਕਿਵੇਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ। ਅਗਲੇ ਪ੍ਰੋਗਰਾਮ ਵਿੱਚ ਫਿਰ ਤੋਂ ਹੋਏਗੀ ਮੁਲਾਕਾਤ। ਉਦੋਂ ਤੱਕ ਦਿਓ ਇਜਾਜ਼ਤ। ਧੰਨਵਾਦ।